ਸਲੋਕ ਮਹਲਾ ਪੰਜਵਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਪੰਡਤ ਅਤੇ ਇੱਕ ਵੈਸ਼ਨਵ ਚਰਚਾ ਕਰਨ ਵਾਸਤੇ ਆਏ। ਭੇਦਵਾਦੀ ਪੰਡਤ ਵਿਦਿਆ ਦਾ ਹੰਕਾਰ ਕਰਦਾ ਸੀ ਅਤੇ ਵੈਸ਼ਨਵ ਉੱਪਰੋਂ ਹੀ ਵੈਸ਼ਨੂ ਸੀ ਜੋ ਪਦਾਰਥਾਂ ਦਾ ਬੜਾ ਲਾਲਚੀ ਸੀ। ਉਹਨਾਂ ਦੋਹਾਂ ਦੇ ਵਰਤਾਏ ਸਤਿਗੁਰੂ ਜੀ ਇਹ ਰਾਮਕਲੀ ਵਾਰ ਦੇ ਵਿੱਚ 7ਵਾਂ ਸ਼ਲੋਕ ਉਚਾਰਨ ਕਰਕੇ ਪਹਿਲਾਂ ਪੰਡਤ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੰਦਰ ਹੋਨਾ ਬਾਹਰ ਹੋਨਾ ਵੈਰਾਗ ਵਿਵੇਕ ਰੂਪ ਨੇਤਰਾਂ ਜਾਂ ਪਰਮਾਰਥ ਗਿਆਤ ਰੂਪ ਨੇਤਰਾਂ ਤੋਂ ਬਗੈਰ ਹੋਣ ਕਰਕੇ ਅੰਦਰੋਂ ਅੰਨਾ ਹੈ ਪੰਡਤ, ਅਤੇ ਸ਼ਰਧਾ ਰੂਪ ਨੇਤਰਾਂ ਤੋਂ ਬਗੈਰ ਹੋਣ ਕਰਕੇ ਜਾਂ ਵਿਵਹਾਰਕ ਗਿਆਤ ਰੂਪ ਨੇਤਰਾਂ ਤੋਂ ਬਗੈਰ ਹੋਣ ਕਰਕੇ ਬਾਹਰੋਂ ਅੰਨਾ ਹੈ ਪੰਡਤ। ਕੋੜੀ ਕੋੜੀ ਗਾਵਾ ਅਤੇ ਝੂਠੀਆਂ ਕਹਾਣੀਆਂ ਬਣਾ ਕੇ ਝੂਠੀਆਂ ਗੱਪਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਾਂ ਮਾਇਆ ਲੈਣ ਵਾਸਤੇ ਗਾਉਂਦਾ ਹੈ, ਜਾਂ ਝੂਠੀ ਮਾਇਆ ਵਾਸਤੇ ਕੂੜਾ ਕੂੜੀ ਠੀਸ ਨਾਮ ਹੈ ਗੱਪਾਂ ਦਾ। ਝੂਠੇ ਦੀਆਂ ਝੂਠੀਆਂ ਹੀ ਗੱਪਾਂ ਲੋਕਾਂ ਨੂੰ ਗੱਲਾਂ ਕਰਕੇ ਗਾ ਕਰਕੇ ਸੁਣਾਉਂਦਾ ਹੈ। ਦੇਹੀ ਤੋਵੈ ਚੱਕਰ ਬਣਾਏ ਮਾਇਆ ਨੂੰ ਤੀਰਥਾਂ ਤੇ ਉੱਤੇ ਧੋਂਦਾ ਹੈ ਅਤੇ ਗਣੇਸ਼ ਆਦਿਕ ਚੱਕਰਾਂ ਨੂੰ ਬਣਾਉਂਦਾ ਹੈ, ਜਾਂ ਸ਼ਿਵ ਜੀ ਦਾ ਪਾਰਖ ਆਦਿਕ ਚੱਕਰ ਬਣਾ ਕੇ ਪੂਜਾ ਕਰਦਾ ਹੈ, ਜਾਂ ਗੋਲਾਕਾਰ ਤਿਲਕ ਛਾਪ ਆਦਿਕ ਸਰੀਰ ਉੱਤੇ ਬਣਾਉਣਾ ਕਰਦਾ ਹੈ, ਜਾਂ ਮਨ ਨੂੰ ਘੁੰਮਦੇ ਚੱਕਰ ਵਾਂਗ ਪਦਾਰਥਾਂ ਦੇ ਵਾਸਤੇ ਦਿਨ ਰਾਤ ਤੇਜ਼ੀ ਵਾਲਾ ਬਣਾਈ ਫਿਰਦਾ ਹੈ। ਮਾਇਆ ਨੂੰ ਬਹੁਤਾਵੈ ਪਰ ਮਾਇਆ ਨੂੰ ਇਕੱਤਰ ਕਰਨ ਵਾਲੇ ਬਹੁਤ ਕਰਨ ਵਾਸਤੇ ਬਹੁਤ ਦੌੜਦਾ ਭੱਜਦਾ ਰਹਿੰਦਾ ਹੈ। ਦੇਸ ਛੋੜ ਪਰਦੇਸ ਹਟਾਇਆ, ਪੰਜ ਜੰਡਾਲ ਨਾਲੀ ਲੈ ਆਇਆ। ਆਪਦਾ ਦੇਸ਼ ਛੱਡ ਕੇ ਪਰਦੇਸਾਂ ਦੇ ਵਿੱਚ ਦੌੜਿਆ ਫਿਰਦਾ ਹੈ। ਅੰਦਰ ਮੈਲ ਨ ਉਤਰੈ ਹਉਮੈ ਕਰਨ ਦੇ ਨਾਲ ਮਨ ਦੇ ਵਿੱਚੋਂ ਹਉਮੈ ਦੀ ਹੰਗਤਾਂ ਦੀ ਮੈਲ ਨਹੀਂ ਉਤਰਦੀ ਹੈ। ਫਿਰ ਆਵੈ ਜਾਵੈ ਇਸ ਕਰਕੇ ਫਿਰ ਮੁੜ ਜੂਨਾਂ ਦੇ ਵਿੱਚ ਆਉਂਦਾ ਹੈ ਅਤੇ ਜਾਂਦਾ ਹੈ। ਨੀਂਦ ਵਿਆਪਿਆ ਕਾਮ ਸੰਤਾਪਿਆ ਵਿਦਿਆ ਦੀ ਨੀਂਦ ਮੋਹ ਦੀ ਨਿੰਦਰਾ ਵਿੱਚ ਵਿਆਪਿਆ ਫਸਿਆ ਹੋਇਆ ਹੈ ਅਤੇ ਕਾਮਨਾ ਦਾ ਸਤਾਇਆ ਹੋਇਆ ਹੈ, ਜਾਂ ਕਾਮ ਆਦਿਕ ਵਿਕਾਰਾਂ ਦਾ ਸਤਾਇਆ ਹੋਇਆ ਹੈ। ਮੁਖ ਹਰ ਹਰ ਕਹਾਵੈ ਪਰ ਲੋਕਾਚਾਰੀ ਪੈਸੇ ਇਕੱਤਰ ਕਰਨ ਵਾਸਤੇ ਮੁੱਖ ਨਾਲ ਉੱਪਰੋਂ ਹਰ ਹਰ ਦਾ ਜਾਪ ਆਪ ਕਹਿੰਦਾ ਹੈ ਅਤੇ ਹੋਰਨਾਂ ਤੋਂ ਕਹਾਉਂਦਾ ਹੈ। ਬੈਸਨ ਨਾਮ ਕਰਮ ਹਉ ਜੁਗਤਾ ਆਪਣਾ ਨਾਮ ਕੀ ਰਖਾਇਆ ਹੋਇਆ, ਜਿਸ ਤਰ੍ਹਾਂ ਅਸੀਂ ਗਿਆਨੀ ਜੀ ਅਖਵਾਉਂਦੇ ਹਾਂ, ਭਾਈ ਸਾਹਿਬ ਅਖਵਾਉਂਦੇ ਹਾਂ, ਸਿੰਘ ਸਾਹਿਬ ਅਖਵਾਉਂਦੇ ਹਾਂ, ਅਕਾਲੀ ਅਖਵਾਉਂਦੇ ਹਾਂ, ਨਿਹੰਗ ਅਖਵਾਉਂਦੇ ਹਾਂ। ਇਹ ਸਾਨੂੰ ਵੀ ਉਪਦੇਸ਼ ਹੈ, ਕਿਉਂਕਿ ਹੁਣ ਪੰਡਤ ਤਾਂ ਕੋਈ ਇੱਥੇ ਹੈ ਨਹੀਂ। ਸੋ ਆਪਣਾ ਨਾਮ ਵੈਸ਼ਨਵ ਰਖਾਇਆ ਹੋਇਆ ਹੈ, ਯਾਨੀ ਦੁਨੀਆ ਦੇ ਨਾਲੋਂ
ਕੁਝ ਵਿਸ਼ੇਸ਼ ਬਣਿਆ ਹੋਇਆ ਹੈ। ਤੋਹ ਕੁੱਟੇ ਕਿਆ ਫਲ ਪਾਵੈ, ਪਰ ਕਰਮ ਹੋ ਜੁਗਤਾ, ਲੋਕਾਂ ਦੇ ਪਦਾਰਥ ਚੁਰਾਉਣ ਦੇ ਵਿੱਚ ਜੁੜਿਆ ਹੋਇਆ, ਕਰਮ ਕਾਂਡ ਕਰਕੇ ਹਉਮੈ ਦੇ ਸੰਯੁਕਤ ਹੈ ਜਾਂ ਹੰਗਤਾ ਵਾਲੇ ਕਰਮਾਂ ਦੇ ਵਿੱਚ ਜੁੜਿਆ ਹੋਇਆ ਹੈ। ਇਉਂ ਸਕਾਮ ਕਰਮਾਂ ਰੂਪੀ ਤੋਹ ਕੁੱਟੇ। ਤੋਹ ਕਹਿੰਦੇ ਨੇ ਜਿਹੜਾ ਚੌਲਾਂ ਦਾ ਛਿਲਕਾ ਹੁੰਦਾ ਹੈ, ਵੇਸਟ, ਜਿਹਨੂੰ ਫੱਕ ਆਦਿਕ ਬਣਾ ਕੇ ਘੋੜਿਆਂ ਨੂੰ ਪਾਉਂਦੇ ਨੇ। ਇਉਂ ਚੌਲਾਂ ਦੇ ਫੂਸ ਨੂੰ ਕੁੱਟ ਕੇ ਦੱਸੋ ਕੀ ਫਲ ਪਾਉਣਾ ਕਰੇਗਾ। ਚੌਲ ਤਾਂ ਵਿੱਚੋਂ ਕੋਈ ਕੱਢ ਕੇ ਲੈ ਗਿਆ, ਭਾਵ ਕੋਈ ਵੀ ਫਲ ਨਹੀਂ ਪਾਉਣਾ ਕਰੇਗਾ। ਹੰਸਾਂ ਵਿੱਚ ਬੈਠਾ ਬੰਕ ਨਾ ਬਣਾਈ, ਇਸ ਪ੍ਰਕਾਰ ਮਾਨ ਸਰੋਵਰ ਤੇ ਜਾ ਕੇ ਬਗਲਾ ਹੰਸਾਂ ਵਿੱਚ ਬੈਠ ਜਾਵੇ ਤਾਂ ਬਗਲਾ ਚਿੰਟਾ ਹੰਸ ਤਾਂ ਨਹੀਂ ਬਣ ਸਕਦਾ ਹੈ। ਨਿਤ ਬੈਠਾ ਮੱਛੀ ਨੂੰ ਤਾਰ ਲਵੈ, ਕਿਉਂਕਿ ਬਗਲਾ ਹਮੇਸ਼ਾ ਮੱਛੀ ਨੂੰ ਫੜਨ ਵਾਸਤੇ ਸੁਰਤ ਲਾਉਣਾ ਕਰਦਾ ਹੈ। ਇਸੇ ਪ੍ਰਕਾਰ ਹੰਸਾਂ ਵਿੱਚ ਬੈਠਾ ਬੰਕ ਨ ਬਣਾਈ, ਸਤ ਸੰਗਤ ਰੂਪ ਮਾਨ ਸਰੋਵਰ ਤੇ ਜਾ ਕੇ ਬਗਲੇ ਵਾਂਗ ਦੰਭੀ ਪਖੰਡੀ ਪੁਰਖ ਮਹਾਤਮਾ ਰੂਪ ਹੰਸਾਂ ਵਿੱਚ ਬੈਠਾ ਹੋਇਆ ਉਜਲ ਜੀਵਨ ਵਾਲਾ ਮਹਾਤਮਾ ਰੂਪ ਹੰਸ ਨਹੀਂ ਬਣ ਸਕਦਾ। ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਇਸੇ ਪ੍ਰਕਾਰ ਸਤ ਸੰਗਤ ਰੂਪ ਮਾਨ ਸਰੋਵਰ ਉੱਤੇ ਜਾ ਕੇ ਬਗਲੇ ਵਾਂਗ ਦੰਭੀ ਪੁਰਖ ਮਹਾਤਮਾ ਰੂਪ ਹੰਸਾਂ ਵਿੱਚ ਬੈਠਾ ਹੋਇਆ ਉਜਲ ਜੀਵਨ ਵਾਲਾ ਮਹਾਤਮਾ ਰੂਪ ਹੰਸ ਨਹੀਂ ਬਣ ਸਕਦਾ, ਕਿਉਂਕਿ ਦੰਭੀ ਪੁਰਖ ਨਿਤਾ ਪ੍ਰਤੀ ਪਰਾਈ ਇਸਤਰੀ ਰੂਪ ਮੱਛੀ ਵਿੱਚ ਤਾੜ ਲਾ ਕੇ ਤੱਕਦਾ ਰਹਿੰਦਾ ਹੈ। ਜਾਂ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ। ਜਦੋਂ ਹੰਸ ਇਕੱਤਰ ਹੋ ਕੇ ਆਪਸ ਵਿੱਚ ਵਿਚਾਰ ਕਰਕੇ ਵੇਖਣ ਲੱਗੇ, ਤਦੋਂ ਇਹੀ ਨਿਰਣਾ ਹੋਇਆ ਕਿ ਬਗਲੇ ਦੇ ਨਾਲ ਕਦਾਚਿਤ ਵੀ ਆਪਣਾ ਮੇਲ ਨਹੀਂ ਆਉਂਦਾ, ਕਿਉਂਕਿ ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਆਪਾਂ ਹੰਸਾਂ ਨੇ ਤਾਂ ਹੀਰਾ ਤੇ ਮੋਤੀ ਆਦਿ ਦਾ ਹੀ ਚੋਗ ਚੁਗਣਾ ਭਾਵ ਖਾਣਾ ਹੈ, ਅਤੇ ਬਗਲਾ ਆਪਣੇ ਸੁਭਾਅ ਅਨੁਸਾਰ ਡੱਡਾਂ ਲੱਭਣ ਵਾਸਤੇ ਜਾਂਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਇਹ ਮਹਾਨਤਾ ਹੈ। 3 ਸਰੋਵਰ ਨੇ। ਪਹਾੜਾਂ ਦੇ ਵਿੱਚ ਇੱਕ ਮਾਨ ਸਰੋਵਰ ਹੈ, ਇੱਕ ਕਾਗ ਪਸੁੰਡ ਹੈ, ਜਿੱਥੇ ਕਾਂ ਦੇ ਰੂਪ ਦੇ ਵਿੱਚ ਮਹਾਤਮਾ ਤਪ ਕਰ ਰਿਹਾ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਦਰਸ਼ਨ ਦਿੱਤੇ। ਇੱਕ ਸ੍ਰੀ ਹੇਮਕੁੰਟ ਸਾਹਿਬ ਹੈ। ਸੋ ਇਹ ਜਿਹੜੇ ਸਰੋਵਰ ਹੁੰਦੇ ਨੇ, ਇਹਨਾਂ ਦੇ ਉੱਪਰ ਡੱਡੀਆਂ ਤੇ ਬਗਲੇ ਆਦਿਕਾਂ ਦਾ ਕੋਈ ਕੰਮ ਨਹੀਂ ਹੁੰਦਾ। ਸ੍ਰੀ ਹੇਮਕੁੰਟ ਸਾਹਿਬ ਦੇ ਤਾਂ ਮੈਂ ਦਰਸ਼ਨ ਕੀਤੇ ਨੇ, ਤੇ ਕਾਗ ਪਸੁੰਡ ਜੋ ਚਾਈਨਾ ਦੇ ਬਾਰਡਰ ਤੇ ਹੈ, ਜਿਹੜੇ ਮੇਰੇ ਨਾਲ ਦੇ ਸਿੰਘ ਗਏ ਨੇ ਉਹਨਾਂ ਤੋਂ ਮੈਂ ਸਾਰੀ ਗੱਲਬਾਤ ਪੁੱਛੀ ਹੈ। ਤੇ ਮਾਨ ਸਰੋਵਰ ਤਾਂ ਚਾਈਨਾ ਦੇ ਵਿੱਚ ਹੈ, ਉੱਥੇ ਤਾਂ ਆਪਾਂ ਗਏ ਨਹੀਂ। ਮਤਲਬ ਮਾਨ ਸਰੋਵਰ ਦੀ, ਸ੍ਰੀ ਹੇਮਕੁੰਟ ਸਾਹਿਬ ਸਰੋਵਰ ਦੀ, ਕਾਗ ਪਸੁੰਡ ਸਰੋਵਰ ਦੀ ਇਹ ਨਿਸ਼ਾਨੀ ਹੈ ਕਿ ਉੱਥੇ ਬਗਲਾ ਤੇ ਡੱਡੀ ਨਹੀਂ ਹੋਏਗੀ। ਬਹੁਤਾ ਦੂਰ ਨਾ ਜਾਓ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਬਾਰੇ ਆਪਾਂ ਗੱਲ ਕਰ ਰਹੇ ਸੀ। ਜਿੰਨੀ ਮਰਜ਼ੀ ਬਾਰਿਸ਼ ਪਏ, ਉਹ 'ਚ ਜਲ ਤਾਂ ਨਹਿਰ ਦਾ ਹੀ ਹੈ ਨਾ। ਨਹਿਰ ਦੇ ਪਾਣੀ ਵਿੱਚ ਵੇਖੋ ਕਈ ਕੁਛ ਹੁੰਦਾ, ਤੇ ਜਦ ਬਾਰਿਸ਼ ਪੈਂਦੀ ਹੈ ਪਤਾ ਨਹੀਂ ਉੱਪਰੋਂ ਆਕਾਸ਼ 'ਚੋਂ ਡੱਡੀਆਂ ਡਿੱਗਦੀਆਂ ਨੇ। ਪਰ ਜਿੰਨੀ ਮਰਜ਼ੀ ਬਾਰਿਸ਼ ਪਏ, ਜਲ ਥਲ ਹੋ ਜਾਏ, ਪਰਿਕਰਮਾ ਭਰ ਜਾਣ, ਸ੍ਰੀ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਨਾ ਤਾਂ ਉੱਥੇ ਬਗਲਾ ਤੁਹਾਨੂੰ ਦਿਖੂਗਾ, ਨਾ ਉੱਥੇ ਕਾਂ ਦਿਖੇਗਾ, ਅਤੇ ਨਾ ਹੀ ਡੱਡੀ ਦਿਖੇਗੀ। ਡੱਡੂ ਗੜੈਂ ਗੜੈਂ ਨਹੀਂ ਕਰਨਗੇ,
ਜਿਸ ਤਰ੍ਹਾਂ ਸਾਉਣ ਭਾਦਰੋਂ ਦੇ ਮਹੀਨਿਆਂ ਦੇ ਵਿੱਚ ਆਮ ਜਗ੍ਹਾ ਤੇ ਬਾਰਿਸ਼ ਪੈਣ ਤੋਂ ਹੁੰਦੇ। ਹਾਂ, ਮੱਛੀਆਂ ਜ਼ਰੂਰ ਨੇ, ਉਹ ਪ੍ਰਬੰਧਕਾਂ ਨੇ ਆਪ ਦੀ ਮਰਜ਼ੀ ਨਾਲ ਛੱਡੀਆਂ ਨਹੀਂ, ਕਿਉਂਕਿ ਉਹ ਤਾਂ ਜਾਲਾ ਖਾ ਕੇ ਜਲ ਸਾਫ਼ ਕਰਦੀਆਂ ਨੇ। ਸੋ ਇਸ ਵਾਸਤੇ ਮਹਾਰਾਜ ਫਰਮਾਉਂਦੇ ਨੇ, ਜਾ ਹੰਸ ਸਭਾ ਵਿਚਾਰ ਕਰ ਦੇਖਣ। ਇਸੇ ਤਰ੍ਹਾਂ ਜਦੋਂ ਮਹਾਤਮਾ ਰੂਪ ਹੰਸਾਂ ਦੀ ਸੰਗਤ ਆਪਸ ਵਿੱਚ ਨਿਰਣਾ ਕਰਕੇ ਦੇਖਦੀ ਹੈ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ। ਤਦੋਂ ਬਗਲੇ ਦੀ ਤਰ੍ਹਾਂ ਦੰਭੀ ਪੁਰਖ ਦੇ ਨਾਲ ਕਦਾਚਿਤ ਵੀ ਮਹਾਤਮਾ ਰੂਪ ਹੰਸਾਂ ਦਾ ਜੋੜ ਮੇਲ ਨਹੀਂ ਆਉਂਦਾ। ਸਤ ਸੰਗਤ ਮਾਨ ਸਰੋਵਰ ਹੈ, ਗੁਰੂ ਸਾਹਿਬ ਦਾ ਨਾਮ ਅੰਮ੍ਰਿਤ ਰੂਪੀ ਜਲ ਹੈ। ਮਹਾਤਮਾ ਹੰਸਾਂ ਦੀ ਤਰ੍ਹਾਂ ਨੇ ਤੇ ਦੰਭੀ ਪਖੰਡੀ ਬਗਲੇ ਦੀ ਤਰ੍ਹਾਂ, ਉਹਨਾਂ ਦਾ ਦਿਲ ਹੀ ਨਹੀਂ ਲੱਗਣਾ। ਹੰਸਾ ਹੀਰਾ ਮੋਤੀ ਚੁਗਣਾ, ਕਿਉਂਕਿ ਮਹਾਤਮਾ ਰੂਪ ਹੰਸਾ ਨੇ ਤਾਂ ਨਾਮ ਰੂਪ ਹੀਰਾ ਤੇ ਮੁਕਤ ਰੂਪ ਮੋਤੀ ਦਾ ਚੋਗਾ ਹੀ ਚੁਗਣਾ ਹੈ। ਬਗ ਡੱਡਾਂ ਭਾਲਣ ਜਾਵੇ ਤੇ ਦੰਭੀ ਪੁਰਖ ਆਪਣੇ ਮੰਦ ਦ੍ਰਿਸ਼ਟੀ ਵਾਲੇ ਸੁਭਾਅ ਅਨੁਸਾਰ ਪਰਾਈਆਂ ਇਸਤਰੀਆਂ ਰੂਪ ਡੱਡਾ ਜਾਂ ਪਰਾਏ ਉੱਪਰ ਔਗਣ ਦੋਸ਼ਣ ਆਰੋਪਣ ਰੂਪ ਡੰਡਾ ਨੂੰ ਭਾਲਣ ਵਾਸਤੇ ਹੀ ਜਾਂਦਾ ਹੈ। ਉੱਡ ਰਿਹਾ ਵਿਚਾਰਾ ਬਗਲਾ, ਵਿਚਾਰਾ ਬਗਲਾ ਅੰਤ ਨੂੰ ਹੰਸਾਂ ਵਿੱਚ ਉੱਡ ਜਾਂਦਾ ਹੈ। ਮਤ ਹੋਵੇ ਮਨ ਲਖਾਵੇ, ਕਿ ਮਤਾ ਮੈਨੂੰ ਲਖਣ ਹੋ ਜਾਏ, ਭਾਵ ਮਤਾ ਕਿਤੇ ਮੇਰਾ ਪਾਜ ਹੀ ਨਾ ਉਗੜ ਜਾਏ। ਇਸੇ ਪ੍ਰਕਾਰ ਉੱਡ ਰਿਹਾ ਵਿਚਾਰਾ ਬਗਲਾ, ਬੇਦਨ ਖੇਦ ਕਰਮਾਂ ਰੂਪੀ ਖੰਭਾਂ ਵਾਲਾ ਬਗਲੇ ਦੀ ਤਰ੍ਹਾਂ ਦੰਭੀ ਪੁਰਖ ਮਹਾਤਮਾ ਰੂਪ ਹੰਸਾਂ ਦੀ ਨਜ਼ਰ ਪੈਣ ਤੋਂ ਉਡਾਰੀ ਭਾਵ ਉੱਠ ਕੇ ਤੁਰ ਪੈਂਦਾ ਹੈ, ਉਡਾਰੀ ਮਰ ਜਾਂਦਾ। ਮਤ ਹੋਵੇ ਮਨ ਲਖਾਵੇ, ਕਿ ਮਤਾ ਮੇਰਾ ਇੱਥੇ ਜਣਾਉ ਹੋ ਜਾਏ, ਭਾਵ ਮਤਾ ਕਿਤੇ ਮੇਰੇ ਪਖੰਡ ਜ਼ਾਹਰ ਨਾ ਹੋ ਜਾਣ। ਸਦਾ ਸਿਮਰਨ 'ਚ ਲੱਗੇ ਹੋਏ ਗੁਰਮੁਖ ਜਨ ਜਾਣਦੇ ਨੇ ਕਿ ਤਮੋ ਗੁਣੀ ਪਾਪ ਕਰਮਾਂ, ਰਜੋ ਗੁਣੀ ਸ਼ਾਲਾਦਕ ਤੇ ਸਤੋ ਗੁਣੀ ਪਰਉਪਕਾਰ ਕਰਨ ਵਿੱਚ ਲੱਗੇ ਹੋਏ ਹਨ। ਜਿਤ ਕੋ ਲਾਇਆ ਤਿਤ ਹੀ ਲਾਗਾ। ਇਉਂ ਗੁਣਾ ਕਰਮਾਂ ਦੇ ਅਨੁਸਾਰ ਪਰਮੇਸ਼ਰ ਜਿਸ ਨੂੰ ਜਿਸ ਪਾਸੇ ਲਾਉਂਦਾ ਉਸ ਪਾਸੇ ਹੀ ਜੀਵ ਲੱਗਦਾ ਹੈ। ਇਸ ਦੋਸ ਦਿਚੈ ਜਾਂ ਹਰ ਏਵੈ ਭਾਵੈ। ਇਸ ਲਈ ਕਿਸ ਨੂੰ ਦੋਸ਼ ਦੇਣਾ ਹੈ? ਜਦੋਂ ਹਰੀ ਪਰਮੇਸ਼ਰ ਨੂੰ ਇੰਜ ਹੀ ਪਾਉਂਦਾ ਹੈ। ਸਤਿਗੁਰ ਸਰਵਰ ਰਤਨੀ ਭਰਪੂਰੇ, ਸੱਚਾ ਗੁਰੂ ਰੂਪ ਮਾਨ ਸਰੋਵਰ ਵੈਰਾਗ ਆਦਿ ਜਾਂ ਸ਼ੁਭ ਗੁਣਾ ਰੂਪ ਰਤਨਾ ਕਰਕੇ ਲਬਾ ਲਬ ਪੂਰਿਆ ਹੋਇਆ ਭਰਿਆ ਹੋਇਆ ਹੈ। ਜਿਸ ਪ੍ਰਾਪਤ ਸੋ ਪਾਵੈ। ਜਿਸ ਨੂੰ ਐਸੇ ਸੱਚੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹੀ ਗੁਰਾਂ ਦੇ ਪਾਸੋਂ ਵੈਰਾਗ ਵਿਵੇਕ ਆਦਿਕ ਜਾਂ ਸ਼ੁਭ ਗੁਣਾ ਰੂਪ ਰਤਨਾ ਨੂੰ ਪਾਉਣਾ ਕਰਦਾ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਧ ਚੁਗੈ ਨਹੀਂ ਦੂਰੇ। ਹਰ ਰਸ ਜੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬਪੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨ ਜਾਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ, ਹੰਸ ਮਰ ਜੀਵਾ ਨੇ ਚੈ ਪ੍ਰਸਾਦ ਪਾਵਈ। ਜੈਸੇ ਬਨ ਵਿਖੇ ਮਲਿਆਗਰ ਸੋਂਧਾ ਕਪੂਰ, ਸੋਧ ਕੈ ਸੁਬਾਸੀ ਸੁਭਾਸ ਬੇਸਾਵਈ। ਜੈਸੇ ਹੀਰਾ ਮਾਨਕ, ਜੈਸੇ ਹੀਰਾ ਪਰਬਤ ਮਾਨਕ ਪਾਰਸ ਸਿਧ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਤੈਸੀ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵਈ। ਜਿਵੇਂ ਸਮੁੰਦਰ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਨੇ, ਪਰ ਹਰੇਕ ਨੂੰ ਨਹੀਂ ਲੱਭਦੇ, ਮਰ ਜੀਵੜੇ ਟੋਭੂ ਨੂੰ ਲੱਭਦੇ ਨੇ। ਜੰਗਲ ਦੇ ਵਿੱਚ ਇਹੋ ਜਿਹੀਆਂ ਬੂਟੀਆਂ ਨੇ ਕਿ ਜੋ ਮਰਿਆਂ ਨੂੰ ਜੀਵਤ ਕਰਨ ਦੇ ਸਮਰੱਥ ਨੇ। ਜਿਵੇਂ ਸੰਜੀਵਨੀ ਬੂਟੀ ਲਛਮਣ ਨੂੰ ਘੋਟ ਕੇ ਪਿਆਈ, ਉਹਨੂੰ ਹੋਸ਼ ਆ ਗਈ, ਪਰ ਜਿੰਨਾ ਚਿਰ ਸੁਗੰਧੀ ਲੈਣ ਵਾਲਾ ਵੈਦ ਨਾ ਦੱਸੇ ਉਹਨਾਂ ਚਿਰ ਕੀ ਕੋਈ ਪਹਿਚਾਣ ਸਕਦਾ। ਜਿਵੇਂ ਪਰਬਤ ਪਹਾੜਾਂ ਦੇ ਵਿੱਚ ਪਾਰਸਾਦਿਕ ਕੀਮਤੀ ਪੱਥਰ ਨੇ ਜੋ ਅੱਠਾਂ ਧਾਤਾਂ ਨੂੰ ਸੁਹਾ ਕੇ ਆਪਣੇ ਨਾਲ ਸੋਨਾ ਬਣਾਉਣ ਦੀ ਸਮਰੱਥਾ ਰੱਖਦੇ ਨੇ, ਪਰ ਮੇਰੇ ਵਰਗੇ ਆਲਸੀ ਬੰਦੇ ਨੇ ਕੀ ਲੈ ਲੈਣਾ।
ਜਿਹੜਾ ਮਿਹਨਤਕਸ਼ ਮਜ਼ਦੂਰ ਹੈ ਉਹ ਮਿਹਨਤ ਕਰਕੇ ਉਹਨਾਂ ਨੂੰ ਪ੍ਰਾਪਤ ਕਰ ਲੈਂਦਾ। ਇਸੇ ਤਰ੍ਹਾਂ ਗੁਰਬਾਣੀ ਇੱਕ ਸਮੁੰਦਰ ਹੈ, ਵਿਸ਼ਾਲ ਮਾਨ ਸਰੋਵਰ ਦੀ ਤਰ੍ਹਾਂ। ਇਹ 'ਚ ਬੇਅੰਤ ਗੁਣ ਨੇ, ਪਰ ਹਰੇਕ ਨੂੰ ਨਹੀਂ ਮਿਲਦੇ। ਜਿਹੜਾ ਜਿਹੜਾ ਲੱਭਦਾ ਹੈ, ਖੋਜੀ ਉਪਜੈ ਬਾਦੀ ਬਿਨਸੈ, ਹਉ ਬਲ ਬਲ ਗੁਰ ਕਰਤਾਰਾ, ਖੋਜੀ ਨੂੰ ਪ੍ਰਾਪਤ ਹੁੰਦੇ ਨੇ। ਇਸ ਲਈ ਸਿੱਖ ਹੰਸ ਸਰਵਰ ਇਕੱਠੇ ਹੋਏ। ਸਿੱਖ ਰੂਪੀ ਹੰਸ ਸਤਿਗੁਰੂ ਰੂਪੀ ਮਾਨ ਸਰੋਵਰ ਦੀ ਸਤ ਸੰਗਤ ਵਿੱਚ ਇਕੱਠੇ ਹੁੰਦੇ ਨੇ। ਸਤਿਗੁਰ ਕੈ ਹੁਕਮ ਆਵੇ, ਕਿਉਂਕਿ ਸਤਿਗੁਰਾਂ ਦਾ ਹੁਕਮ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ, ਆਓ ਭਾਈ ਬੋਲੀ ਸਾਹਿਬ ਦੀ ਚੱਠ ਕਰਨੀ ਹੈ। ਨਾਲੇ ਵਿਸਾਖੀ ਦਾ ਜੋੜ ਮੇਲਾ ਭਾਈ ਪਾਰੋ ਜੀ ਦੇ ਕਹਿਣ ਦੇ ਉੱਥੇ ਇਕੱਤਰ ਕੀਤਾ। ਸਤਿਗੁਰੂ ਕਲਗੀਧਰ ਨੇ 1699 ਦੀ ਵਿਸਾਖੀ ਨੂੰ ਚਿੱਠੀਆਂ ਭੇਜ ਸੰਗਤਾਂ ਨੂੰ ਬੁਲਾਇਆ ਕਿ ਆਓ ਭਾਈ ਕੋਈ ਵਿਸ਼ੇਸ਼ ਕਾਰਜ ਹੈ ਤੁਹਾਡੇ ਨਾਲ। ਫਿਰ ਪੰਜਾਂ ਪਿਆਰਿਆਂ ਦੀ ਚੋਣ ਕੀਤੀ। ਇਹ ਸਤਿਗੁਰੂ ਦੇ ਹੁਕਮ ਮੁਤਾਬਕ ਸੰਗਤ ਇਕੱਤਰ ਹੁੰਦੀ ਹੈ। ਭਾਵ ਹੁਕਮ ਦੇ ਮੁਤਾਬਕ ਆਉਂਦੇ ਨੇ, ਚੱਲਦੇ ਨੇ। ਜਾਂ ਸਤਿਗੁਰ ਕਹਿ ਹੁਕਮ ਆਵੇ, ਸਤਿਗੁਰਾਂ ਦਾ ਕਿਹਾ ਹੋਇਆ ਉਪਦੇਸ਼ ਸਿੱਖ ਕਮਾਉਂਦੇ ਨੇ। ਪਾਠ ਸਤਿਗੁਰ ਕਹਿ ਹੁਕਮ ਆਵੇ ਹੀ ਸ਼ੁੱਧ ਹੈ। ਦੂਸਰੇ ਅਰਥ ਲਈ ਇੰਜ ਕੀਤਾ ਹੈ, ਰਤਨ ਪਦਾਰਥ ਮਾਨਕ ਸਰਵਰ ਭਰਪੂਰੇ, ਗੁਰੂ ਰੂਪ ਮਾਨ ਸਰੋਵਰ ਵੈਰਾਗ ਰੂਪੀ ਰਤਨ, ਧਰਮਰਥ ਕਾਮ ਮੋਖ ਰੂਪੀ ਪਦਾਰਥ ਅਤੇ ਸ਼੍ਰਵਣ ਮੰਨਣ ਅਧਿਆਸਨ ਰੂਪ ਮਾਨਕ ਆਦਿਕ ਸ਼ੁਭ ਗੁਣਾ ਨਾਲ ਲਵਾ ਲਵ ਪੂਰਿਆ ਹੋਇਆ ਹੈ। ਖਾਏ ਖਰਚ ਰਹੇ ਤੋੜ ਨਾ ਆਵੇ। ਸਿੱਖ ਰੂਪ ਹੰਸ ਇਹਨਾਂ ਗੁਣਾਂ ਦੇ ਤਾਈ ਆਪ ਖਾਂਦੇ ਨੇ ਅਤੇ ਹੋਰਨਾਂ ਅਧਿਕਾਰੀ ਜਨਾਂ ਦੇ ਵਿੱਚ ਖਰਚਦੇ ਰਹਿੰਦੇ ਨੇ, ਪਰੰਤੂ ਇਹਨਾਂ ਗੁਣਾਂ ਦੀ ਫਿਰ ਵੀ ਤੋੜ ਘਾਟਾ ਨਹੀਂ ਆਉਂਦਾ। ਸਰਵਰ ਹੰਸ ਦੂਰ ਨਾ ਹੋਈ। ਗੁਰੂ ਰੂਪ ਮਾਨ ਸਰੋਵਰ ਤੋਂ ਸਿੱਖ ਰੂਪ ਹੰਸ ਜਾਂ ਬ੍ਰਹਮ ਰੂਪ ਮਾਨ ਸਰੋਵਰ ਤੋਂ ਬ੍ਰਹਮ ਵੇਤੇ ਰੂਪ ਹੰਸ ਕਦੇ ਵੀ ਦੂਰ ਨਹੀਂ ਹੁੰਦੇ। ਕਰਤੇ ਏਵੈ ਭਾਵੈ, ਕਿਉਂਕਿ ਰਚਨਹਾਰ ਪਰਮੇਸ਼ਰ ਨੂੰ ਇੰਜ ਹੀ ਚੰਗਾ ਲੱਗਦਾ ਹੈ। ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ। ਸਤਿਗੁਰੂ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਨੇ ਕਿ ਜਿਸ ਪੁਰਖ ਦੇ ਮੱਥੇ ਉੱਪਰ ਆਦੋਂ ਚੰਗੇ ਕਰਮਾਂ ਦਾ ਲੇਖ ਲਿਖਿਆ ਹੈ, ਸੋ ਸਿੱਖ ਗੁਰੂ ਪਹਿ ਆਵੇ। ਉਹ ਸਿੱਖ ਰੂਪੀ ਹੰਸ ਗੁਰੂ ਰੂਪ ਮਾਨ ਸਰੋਵਰ ਦੇ ਪਾਸ ਆਉਂਦੇ ਨੇ, ਭਾਵ ਸਤਿਗੁਰਾਂ ਦੇ ਨਾਲ ਮਿਲ ਕੇ ਨਿਹਾਲ ਹੁੰਦੇ ਹਨ। ਆਪ ਤਰਿਆ ਕੁਟੰਬ ਸਭ ਤਾਰੇ। ਉਹ ਆਪ ਹੀ ਸੰਸਾਰ ਸਮੁੰਦਰ ਤੋਂ ਤਰ ਗਿਆ ਅਤੇ ਕੁਟੰਬ ਇਸਤਰੀ ਤੋਂ ਵਧਿਆ ਸਾਰਾ ਪਰਿਵਾਰ ਵੀ ਤਾਰ ਦਿੰਦਾ ਹੈ। ਸਭਾ ਸ੍ਰਿਸ਼ਟ ਛਡਾਵੇ, ਅਤੇ ਸਾਰੀ ਸ੍ਰਿਸ਼ਟੀ ਨੂੰ ਵੀ ਛੁਡਾ ਲੈਂਦਾ ਹੈ, ਜਾਂ ਸਾਰਿਆਂ ਨੂੰ ਸ਼ੁਭ ਗੁਣਾਂ ਦੁਆਰਾ ਸ੍ਰੇਸ਼ਟ ਬਣਾ ਕੇ ਜਮਾਂ ਤੋਂ ਛੁਡਾ ਲੈਂਦਾ ਹੈ। ਮਹੱਲਾ ਪੰਜਵਾ। ਇਸ ਮਹੱਲੇ ਵਿੱਚ ਸਤਿਗੁਰੂ ਜੀ ਕਰਮਕੰਡੀ ਪੰਡਤ ਨੂੰ ਉਪਦੇਸ਼ ਦਿੰਦੇ ਨੇ। ਪੰਡਤ ਆਖਾਏ ਬਹੁਤੀ ਰਾਹੀ। ਇਹ ਭਾਈ ਤੂੰ ਆਪਣੇ ਆਪ ਨੂੰ ਪੰਡਤ ਜਾਂ ਵਿਦਵਾਨ ਕਹਾਉਂਦਾ ਹੈ ਤੇ ਰਾਹਾਂ ਬਹੁਤੀਆਂ ਭਾਵ ਕਰਮ ਕਾਂਡਾਂ ਦੇ ਰਸਤਿਆਂ ਤੇ ਚੱਲਦਾ ਹੈ, ਜਾਂ ਬਹੁਤੀ ਰਾਹੀ ਬਹੁਤੇ ਭੇਖਾਂ ਨੂੰ ਰਸਤਿਆਂ ਵਿੱਚ ਭਰਮਦਾ ਹੈ, ਜਾਂ ਬਹੁਤੀ ਰਾਹੀ ਬਹੁਤੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਨੂੰ ਰਸਤਿਆਂ ਵਿੱਚ ਫਸਿਆ ਹੋਇਆ ਹੈ। ਤੂੰ ਤਾਂ ਐਸੇ ਕਠੋਰ ਚਿੱਤ ਵਾਲਾ ਹੈ। ਕੋਰੜ ਮੋਠ ਜਨੇਹਾ। ਜਿਸ ਤਰ੍ਹਾਂ ਦਾਲ ਦੇ ਵਿੱਚ ਕੋਰੜੂ ਮੋਠ ਹੁੰਦਾ, ਭਾਵ ਜਿਵੇਂ ਕੋਰੜੂ ਮੋਠ ਨੂੰ ਅੱਗ ਬਾਲ ਕੇ 7 ਉਬਾਲੇ ਵੀ ਕਿਉਂ ਨਾ ਦਈਏ ਤਾਂ ਵੀ ਉਹ ਢਲਦਾ ਰਿਝਦਾ ਨਹੀਂ, ਇਉਂ ਕੋਰੜੂ ਮੋਠ ਦੀ ਨਿਆਈ ਤੇਰੇ ਚਿੱਤ ਦੇ ਤਾਈ 7 ਸ਼ਾਸਤਰਾਂ ਦੀ ਗਿਆਨ ਰੂਪ ਅੱਗ ਦੇ ਦਈਏ ਤਾਂ ਵੀ ਸ੍ਰੇਸ਼ਟ ਗੁਣ ਧਾਰਨ ਕਰਨ ਨੂੰ ਢਲਦਾ ਰਿਝਦਾ ਨਹੀਂ ਹੈ। ਅੰਦਰ ਮੋਹ ਨਿਤ ਭਰਮ ਵਿਆਪਿਆ। ਇਹ ਭਾਈ ਤੇਰੇ ਅੰਦਰ ਪਦਾਰਥਾਂ ਦਾ ਮੋਹ ਸਨੇਹ ਹੈ ਅਤੇ ਨਿਤਾ ਪ੍ਰਤੀ ਸਰੂਪ ਦੇ ਭਰਮ ਦੇ ਵਿੱਚ ਤੂੰ ਫਸਿਆ ਪਿਆ ਹੋਇਆ ਹੈ, ਭਾਵ ਤੈਨੂੰ ਪਰਮੇਸ਼ਰ ਦੇ ਸਰੂਪ ਦਾ ਨਿਸ਼ਚਾ ਨਹੀਂ ਹੈ। ਤਿਸਟਸ ਨਾਹੀ ਦੇਵਾ ਦੇਹਾ। ਦੇਹਾ ਸਰੀਰ ਕਰਕੇ ਕਦੇ ਵੀ ਤੂੰ ਟਿਕਦਾ ਅਸਥਿਤ ਨਹੀਂ ਰਹਿ ਸਕਦਾ, ਭਾਵ 84 ਲੱਖ ਜੂਨਾਂ ਵਿੱਚ ਹੀ ਭਟਕਦਾ ਫਿਰਦਾ ਹੈ। ਤੂੰ ਤਾਂ ਤਿਸਟਸ ਨਾਹੀ ਦੇਹਾ, ਸਰੀਰਾਂ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ 'ਚ ਅਸਥਿਤੀ ਨਹੀਂ ਹੁੰਦਾ, ਜਾਂ ਦੇਹਾਂ ਧਾਰਨ ਵੱਲੋਂ ਅਸਥਿਤ ਨਹੀਂ ਹੁੰਦਾ।
ਜਾਂ ਤੇਰਾ ਮਨ ਅਖੰਡ ਚੇਤਨ ਦੇ ਵਿੱਚ ਅਸਥਿਤ ਨਹੀਂ ਹੋ ਸਕਦਾ। ਕੂੜੀ ਆਵੇ ਕੂੜੀ ਜਾਵੇ, ਤੂੰ ਲੋਕਾਂ ਦੇ ਤਾਈਂ ਕੋਈ ਝੂਠੀ ਸਿੱਖਿਆ ਦੇਣ ਵਾਸਤੇ ਆਉਂਦਾ ਹੈ ਤੇ ਝੂਠੀ ਮਾਇਆ ਦੀ ਪ੍ਰਾਪਤੀ ਵਾਸਤੇ ਹੋਰ ਪਾਸੇ ਆਪਦੀ ਪੋਥੀ ਚੁੱਕ ਕੇ ਚਲਿਆ ਜਾਂਦਾ ਹੈ। ਐਸੇ ਪ੍ਰਕਾਰ ਕੂੜੀ ਆਵੇ ਕੂੜੀ ਜਾਵੇ, ਤੂੰ ਝੂਠੀ ਗੱਲ ਕਰਦਾ ਸੰਗਤ ਵਿੱਚ ਆਉਂਦਾ ਹੈ ਤੇ ਝੂਠੀ ਗੱਲ ਕਰਦਾ ਸੰਗਤ ਵਿੱਚ ਚਲਿਆ ਜਾਂਦਾ ਹੈ। ਮਾਇਆ ਕੀ ਨਿਤ ਜੋਹਾ, ਕਿਉਂਕਿ ਤੈਨੂੰ ਹਮੇਸ਼ਾ ਹੀ ਮਾਇਆ ਦੀ ਝਾਕ ਲੱਗੀ ਰਹਿੰਦੀ ਹੈ। ਤੂੰ ਸਦਾ ਹੀ ਮਾਇਆ ਦੀ ਤਾੜ ਵਿੱਚ ਲੱਗਿਆ ਰਹਿੰਦਾ ਹੈ। ਸੱਚ ਕਹੇ ਤਾਂ ਛੋਹ ਆਵੇ, ਜੇ ਕੋਈ ਸੱਚਾ ਵਚਨ ਕਹਿੰਦਾ ਤਦ ਗੁੱਸਾ ਆਉਂਦਾ ਹੈ। ਅੰਤਰ ਬਹੁਤਾ ਰੋਹਾ, ਕਿਉਂਕਿ ਤੇਰਾ ਹਿਰਦਾ ਅੰਦਰੋਂ ਬਹੁਤ ਹੀ ਕ੍ਰੋਧ ਦਾ ਭਰਿਆ ਹੋਇਆ ਹੈ। ਮਾਇਆ ਦੀ ਤਾੜ ਵਿੱਚ ਰਹਿੰਦਾ ਵੀ ਕਿਧਰੋਂ ਮਾਇਆ ਆਉਂਦੀ ਹੈ। ਮਾਇਆ ਧਾਰੀਆਂ ਨਾਲ ਤਾਂ ਪ੍ਰੇਮ ਕਰਦਾ ਤੇ ਜੇ ਕੋਈ ਸੱਚਾ ਵਚਨ ਕਹਿ ਦਿੰਦਾ ਉਹ ਤੇ ਗੁੱਸੇ ਹੋ ਜਾਂਦਾ। ਵਿਆਪਿਆ ਦੁਰਮਤ ਕਬੁੱਧ ਕਮੂੜਾ, ਕਮੂੜਾ ਖੋਟੀ ਮੂਰਖਤਾਈ ਕਰਕੇ ਕਬੁੱਧ ਖੋਟੀ ਬੁੱਧੀ ਦਾ ਪ੍ਰੇਰਿਆ ਹੋਇਆ ਦੁਰਮਤੀਆਂ ਦੀ ਸੰਗਤ ਜਾਂ ਖੋਟੀ ਸਿੱਖਿਆ ਵਿੱਚ ਲੱਗਿਆ ਹੋਇਆ ਹੈ। ਮਨ ਲਾਗਾ ਤਿਸ ਮੋਹਾ, ਅਤੇ ਉਸ ਦੇ ਚਿੱਤ ਵਿੱਚ ਪਦਾਰਥਾਂ ਦਾ ਮੋਹ ਲੱਗਿਆ ਹੋਇਆ ਹੈ। ਠੱਗੈ ਸੇਤੀ ਠੱਗ ਰਲ ਆਇਆ, ਇੱਕ ਵੈਸ਼ਨੋ ਠੱਗ ਦੇ ਨਾਲ ਦੂਸਰਾ ਠੱਗ ਪੰਡਤ ਮਿਲ ਕੇ ਆ ਗਿਆ। ਕਰ ਲੋ ਗੱਲਾਂ, ਮਾਣ ਤਾਂ ਇੱਕੋ ਹੀ ਨਹੀਂ ਸੀਗਾ, ਦੋ ਇਕੱਠੇ ਹੋ ਗਏ। ਸਾਥ ਭੇ ਕੋ ਜਿਹਾ, ਇਉਂ ਦੋਹਾਂ ਬੇਮੁਖਾਂ ਦਾ ਨਿੰਦਿਆ ਕਰਨ ਵਾਸਤੇ ਸਾਥ ਵੀ ਇੱਕੋ ਜਿਹਾ ਰਲ ਗਿਆ ਹੈ। ਐਸੇ ਪ੍ਰਕਾਰ ਠੱਗੈ ਸੇਤੀ ਠੱਗ ਰਲ ਆਇਆ, ਇਹ ਜਗਤ ਵਿੱਚ ਜੀਵ ਰੂਪ ਠੱਗ ਕਾਮ ਕ੍ਰੋਧ ਰੂਪ ਠੱਗਾਂ ਦੇ ਨਾਲ ਮਿਲ ਕੇ ਆਇਆ ਹੈ। ਜਾਂ ਹੁਣ ਜਨਮ ਧਾਰ ਕੇ ਜੀਵ ਰੂਪ ਠੱਗ ਰਾਗ ਦਵੈਗ ਰੂਪ ਠੱਗਾਂ ਦੀ ਸੰਗਤ ਦੇ ਨਾਲ ਮਿਲ ਕੇ ਆ ਗਿਆ ਹੈ। ਸਾਥ ਭੇ ਕੋ ਜਿਹਾ, ਇਉਂ ਜੀਵ ਤੇ ਕਾਮ ਆਦਿਕ ਵਿਕਾਰਾਂ ਦੋਹਾਂ ਦਾ ਇੱਕੋ ਜਿਹਾ ਸਾਥ ਹੀ ਹੈ। ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਟਾਂ, ਜਦੋਂ ਸਤਿਗੁਰੂ ਰੂਪ ਸਰਾਫ ਨੇ ਜੀਵਨ ਰੂਪ ਸੋਹਣੇ ਨੂੰ ਪਰਖਣ ਵਾਸਤੇ ਆਪਣੀ ਦ੍ਰਿਸ਼ਟੀ ਦੇ ਵਿੱਚੋਂ ਦੀ ਕੱਢਣਾ ਕੀਤਾ, ਤਾਂ ਉਗੜ ਆਇਆ ਲੋਹਾ, ਤਾਂ ਅੰਦਰੋਂ ਲੋਹਾ ਹੀ ਉਗੜਾਇਆ। ਪਾਵੇ ਜਾਣ ਲਿਆ ਕਿ ਅੰਦਰੋਂ ਤਾਂ ਲੋਹੇ ਵੱਧ ਕਾਲੇ ਚਿੱਤ ਵਾਲਾ ਪਾਪੀ ਹੈ, ਜਾਂ ਲੋਹੇ ਵਾਂਗ ਨਿੰਦਿਆ ਕਰਨ ਰੂਪ ਜ਼ਰ ਲੱਗੀ ਹੋਈ ਹੈ ਜੰਗਾਲ, ਅਤੇ ਪੁਰੋਂ ਵੇਦਾਂ ਸ਼ਸਤਰ ਨੂੰ ਦਿਖਾਵੇ ਮਾਤਰ ਪੜਨ ਰੂਪ ਸੁਨਹਿਰੀ ਝਾਲ ਫੇਰੀ ਹੋਈ ਹੈ। ਭਾਵ ਪਖੰਡੀ ਪਾਪੀ ਹੈ ਜਿਹੜਾ ਪੰਡਤ ਹੈ। ਅਰਜ ਉਰਜ ਕੈ ਪਚ ਮੁਆ ਚਾਰੋਂ ਵੇਦੋਂ ਮਾਹੇ। ਕਬੀਰ ਜੀ ਕਹਿੰਦੇ ਕਬੀਰ ਬਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਾਹੀ। ਇਹ ਜਿਹੜਾ ਬਾਹਮਣ ਹੈ ਪੰਡਤ ਹੈ ਜਗਤ ਦਾ ਤਾਂ ਗੁਰੂ ਬਣਿਆ ਬੈਠਾ ਹੈ, ਪਰ ਸਾਡੇ ਭਗਤਾਂ ਦਾ ਗੁਰੂ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਭਗਤਾਂ ਨਹੀਂ ਤਾਂ ਵਾਹਿਗੁਰੂ ਦਾ ਨਾਮ ਜਪਣਾ ਹੋਇਆ। ਪਰ ਇਹ ਜਿਹੜਾ ਪੰਡਤ ਹੈ ਇਹ ਵੇਦਾਂ ਵਿੱਚ ਲਿਖੇ ਹੋਏ ਕਰਮ ਕਾਂਡਾਂ ਦੇ ਵਿੱਚ ਹੀ ਫਸ ਕੇ ਮਾਰਿਆ। ਜਿਹੜਾ ਕੋਈ ਆਉਂਦਾ ਹੈ ਉਹ ਲਿਆ ਭਟਕਿਆ ਉਹਨੂੰ ਵੀ ਫਸਾ ਦਿੰਦਾ ਵਿਚਾਰਾ, ਪਹਿਲਾਂ ਹੀ ਦੁਖੀ ਆਉਂਦਾ ਫਿਰ ਹੋਰ ਫਸਾ ਦਿੰਦਾ। ਅਰਜ ਉਰਜ ਗਿਆ ਪਾਚੂਆ ਚਾਰੋ ਵੇਦੋ ਮਾਹੇ। ਇਉਂ ਦਿਖਾਵੇ ਮਾਤਰ ਪੜ੍ਹਨ ਰੂਪੇ ਸੁਨਹਿਰੀ ਝਾਲ, ਉੱਪਰੋਂ ਦਾ ਬੜੇ ਤਿਲਕ ਛਾਪੇ ਲਾ ਕੇ ਧਰਮੀ ਬਣਿਆ ਤੇ ਅੰਦਰੋਂ ਪਖੰਡੀ ਪਾਪੀ ਹੈ। ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ, ਬਹੁਤੀਆਂ ਥਾਵਾਂ ਦੇ ਵਿੱਚ ਰਲਾ ਦਿੱਤਾ। ਭਾਵ ਬ੍ਰਹਮਚਾਰੀ, ਗ੍ਰਸਤੀ, ਸੰਨਿਆਸੀ, ਬਾਣ ਪ੍ਰਸਤੀ ਆਦਿਕ ਬਹੁਤ ਸਾਰੇ ਭੇਖਾਂ ਵਿੱਚ ਰਲਾ ਕੇ ਵੇਖਿਆ ਹੈ। ਜਾਂ ਗੁਰਾਂ ਨੇ ਬਹੁਤ ਹੀ ਜਗ੍ਹਾ ਸਤਸੰਗ ਦੇ ਵਿੱਚ ਰਲਾ ਕੇ ਦਿੱਤਾ ਹੈ। ਉਗੜਿਆ ਪੜਦਾ ਅੱਗੇ ਆਈ ਖਲੋਹਾ, ਪਰ ਅੰਤ ਨੂੰ ਪੜਦਾ ਉਗੜ ਪਾਪ ਪ੍ਰਗਟ ਹੋ ਗਿਆ ਕਿ ਪਾਪੀ ਹੈ, ਜਿਸ ਦਾ ਫਲ ਅੱਗੇ ਆ ਕੇ ਖੜੋ ਗਿਆ। ਭਾਵ ਜੂਨਾਂ ਵਿੱਚ ਪੈਣ ਨੂੰ ਫਲ ਪ੍ਰਾਪਤ ਹੋ ਗਿਆ, ਜਾਂ ਪਾਪ ਕਰਮ ਕਾਰਨ ਜਮਾਂ ਦੇ ਅੱਗੇ ਆ ਕੇ ਖਲੋ ਗਿਆ, ਜਾਂ ਸੰਗਤ ਦੇ ਅੱਗੇ ਆ ਕੇ ਕੀਤਾ ਪਾਪ ਕਰਮ ਪ੍ਰਗਟ ਹੋ ਗਿਆ।
सतगुर कीजे सरणी आवै। ऐसा जीव जेकर पूरे सतगुरु की ओट विच आ जावे, फेर मनूरह कंचन होहा। भया मनूर कंचन फिर होवै, जे गुर मिले तनेहा। एक नाम अमृत उह देवै, तो नानक तृष्टस देहा। एक हुंदा इस्पात लोहा, जिहड़ा पारस है वो अठां धातां नूं सोना बनाउंदा है, पर कूड़ कबाड़ नूं थोड़ो बनाउंदा। मतलब धात भी तां सोहणी होनी चाहिदी है, तांबा भी आला किस्म दा होना चाहिदा, लोहा भी इस्पात होना चाहिदा। जिहड़ा हो ही मनूर गया, यानी कि जंगाल लग के वो भुरभुरा खत्म ही हो गया, कूड़ कबाड़ी बन गया, वो लोहा थोड़ो आओ। मनूर लोहे नूं, गले सड़े लोहे नूं पारस सोना नहीं बनाउंदा है, इस्पात लोहे नूं सोना बनाउंदा है, फलादी लोहे नूं सोना बनाउंदा है। पर जिहड़े सतगुरु जी इहो जिहे पारस ने, जे कोई गले सड़े मनूर लोहे वांग ते आपदे गले सड़े जीवन वाला भी, गलिया सड़िया मतलब विकारां दे नाल गलिया होया ते खुरक पई हुई मरकोड़ होया होया, इहो जिहा गलिया बंदा भी आपदियां कालियां करतूतां करके जे किते भुल भुलेखे शरधा धार के किसी दा प्रेरिया होया जां कोई चुप चाक के सोटी जावे दरवाजे अगे, ते ओदा भी गुरु साहब जी भला कर दिंदे ने। भला ही नहीं करते, उन्होंने सोना बना दिंदे। सोना मतलब ब्रह्म ज्ञानी बना दिंदे। एक श्री गुरु अमरदास महाराज के वेले प्रेमा कोड़ी नाम का विकारी पुरुष होया है, जिस दी विकारां दी प्रबलता करके दुनिया शराब पीनों तो हटदी नहीं। हुण रब ने बीमारी इहो जी चलाई हुई है। मैं तो कई बार उच्ची बोल के भी आखिया है कि एक बीड़ी पीण वालियां नूं भी बीमारी लगनी चाहिए। मैनूं माफ़ करना, गुरुद्वारे सारियां दी सुख मंगी जाती है। नानक नाम चढ़दी कला, तेरे भाणे सरबत दा भला। पर जे कपड़े गुरुद्वारे दे पा के जे कोई बीड़ी का धुआं मार दू फिर तो बदसीस ही लगूगी ना। एक बीमारी नवीं चलनी चाहिए, जिहड़ा बीड़ी पीवे उन्होंने उस वेले दबोच ले, कबूतर की तरह संगी मरोड़ दे भी तू बीड़ी क्यों पीना। दुनिया आनी हटदी। शराबी बंदे दे फेफड़े गल जाते, उठदियां सार ने चाह नहीं दुध नहीं शराब ही पीनी, फिर बंदा मरना ही है, होर की होना। बीड़ी सिगरट नाल इहो जी कैंसर की भयानक बीमारी, टीबी की बीमारी लगती है, बंदा बचता नहीं। फिर भी दुनिया वेखो तंबाकू खाणों हटदी नहीं। मैं तो कई दुकानदारां के हथ जोड़े भी भलिओ मानसो, तुसीं पंजाबी बंदे हो, इन्हां लोकां वास्ते 4 पैसिਆਂ वास्ते जिथे दुध रखिया है, ब्रैड रखे ने, न्याणे साडिਆਂ ने खाण पीण ਦੀਆਂ चीज़ां लैणियां, उत्थे तुसीं आंडियां ਦੀਆਂ ट्रेयां चंगी तरह सवार के लड़ियां लाइया हुई भाइयों वास्ते, तरह तरह के तंबाकू के पैकेट पहला तो वो लेंदे, हुण तां अजकल 2-2 रुपये का बंदा जो मर्जी मूँह मारी जाए। कहण दीयां गल्लां नहीं कोई, दुनिया इन्नी एडवांस हो गई, ताइयों तो मर रही है आप दियां कालियां करतूतां करके। महाराज ने आख्या काम क्रोध काया को गल है, जिस दे मन दे विच काम दा फुरना चल रहा वो बच्चा पढ़ाई नहीं कर सकता। खास करके लड़कियां ज्यादा तरक्की करदियां ने, माफ करना, पर पढ़ाई दे विच पहले नंबर ते आउंदियां, मुंडे फेल क्यों हो जाते हैं? क्योंकि मैं भी कॉलेज में पढ़िया, मैं सब कुछ देखता रहा, मन ही नहीं टिकता है। प्रोफैसर लैक्चर दे रहा, किताब अगे प्रकाश है, ध्यान साडा सजे खब्बे, दसो बच्चा पढ़ूगा की? जिसका मन ही एकाग्र नहीं है वो गुरबाणी की पढ़ूगा, दुनियावी काम नहीं कर सकता, पढ़ाई दे सफलता नहीं, नाम की जपूगा। तो इस वास्ते मारे कहते शरीर गल सड़ के खुरक खादिया कोड़ी हो जाता। इहो जिहा बंदा जिहदी घर वाली ने भी दुरकारता, माँ प्यो ने भी फड़ के उन्होंने राह ते सुट्टता, कुत्तियां की तरह कोई रोटी दे जाता तो खा लेंदा। इहो जिहा बंदा प्रेमा कोड़ी।
ਸੰਗਤ ਤੁਰੀ ਜਾ ਰਹੀ ਸੀ, ਕੀਰਤਨ ਕਰਦੀ ਹੋਈ ਦੁਖੀ ਬੰਦਾ ਰੱਬ ਨੂੰ ਯਾਦ ਕਰਦਾ ਹੈ, ਆਪਦੇ ਕਰਮਾਂ ਨੂੰ ਕੋਸਦਾ ਦੁਖੀ ਵਿਚਾਰਾ। ਸੰਗਤ ਦੇ ਚਰਨਾਂ ਦੀ ਧੂੜ ਉਹ ਪ੍ਰੇਮੇ ਕੋੜੀ ਦੇ ਉੱਪਰ ਪਈ, ਉਹਦਾ ਸਰੀਰ ਪਵਿੱਤਰ ਹੋ ਗਿਆ। ਜਿਹੜਾ ਪਿਛਲੇ ਪਾਸੇ ਕੋਈ ਜਾ ਰਿਹਾ ਸੀਗਾ ਉਹਨੂੰ ਹੱਥ ਜੋੜੇ ਕਹਿੰਦਾ, ਭਲਿਆ ਮਾਨਸਾ, ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਨਾਲ ਲੈ ਜਾ। ਤੁਹਾਡੇ ਭਜਨ ਦੇ ਵਿੱਚ ਬੜੀ ਸ਼ਾਂਤੀ ਹੈ, ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ। ਕਿੱਥੇ ਚੱਲਿਓ? ਕਹਿੰਦੇ ਗੋਂਦਵਾਲ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ। ਉਹਨੂੰ ਕਿਵੇਂ ਨਾ ਕਿਵੇਂ ਸੰਗਤ ਨੇ, ਕਿਉਂਕਿ ਬੰਦੇ ਸਾਰੇ ਚੰਗੇ ਹੀ ਹੁੰਦੇ ਨੇ, ਸੰਗਤ 'ਚ ਪਰਉਪਕਾਰੀ, ਚੁੱਕ ਚੱਕ ਕੇ ਕਿਵੇਂ ਨਾ ਕਿਵੇਂ ਮੰਨ ਲਓ ਗੋਂਦਵਾਲ ਲਿਆ ਕੇ ਸੁੱਟ ਹੀ ਦਿੱਤਾ। ਗੁਰਦੁਆਰੇ ਅੰਦਰ ਜਾਣ ਜੋਗਾ ਨਹੀਂ ਸੀਗਾ, ਕਿਉਂਕਿ ਅੰਦਰ ਤਾਂ ਸੋਹਣੇ ਕੱਪੜੇ ਵਾਲਾ, ਇਸ਼ਨਾਨ ਪਾਉਣ ਵਾਲਾ ਹੀ ਜਾਏਗਾ। ਕਹਿੰਦਾ ਮੈਨੂੰ ਇੱਥੇ ਰੱਖ ਦੇ। ਉਹਦੇ ਮਨ ਵਿੱਚ ਇੰਨਾ ਪਿਆਰ ਉਪਜਿਆ, ਤੁਸੀਂ ਸੱਚ ਨਹੀਂ ਮੰਨਣਾ। ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰਾ। ਸੋ ਮਹਾਰਾਜ ਦੇ ਕੀਰਤਨ ਦੇ ਵਿੱਚ ਇੰਨੀ ਬਖਸ਼ਿਸ਼ ਹੈ, ਜਿਹੜਾ ਲੋਕ ਪਰਲੋਕ ਦੇ ਵਿੱਚ ਭਲਾ ਕਰਦਾ। ਇਹੋ ਜਿਹਾ ਅਸਰ ਹੋਇਆ ਸੰਗਤ ਦਾ, ਉਹਦਾ ਮਨ ਜੁੜ ਗਿਆ ਜੀ। ਉਹਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਸਵਰਗਾਂ 'ਚ ਆ ਗਿਆ, ਜੇ ਮੈਂ ਮਰ ਵੀ ਗਿਆ ਤੇ ਤਾਂ ਵੀ ਮੈਂ ਕਿਤੇ ਹੋਰ ਨਹੀਂ ਜਾਂਦਾ, ਮੇਰਾ ਭਲਾ ਹੀ ਹੋਊਗਾ। ਨਰਕਾਂ 'ਚੋਂ ਨਿਕਲ ਗਿਆ, ਮੈਨੂੰ ਯਕੀਨ ਭਰੋਸਾ ਵੱਜ ਗਿਆ, ਪੂਰਾ ਭਰੋਸਾ ਗੁਰੂ ਸਾਹਿਬ ਦੇ ਚਰਨਾਂ 'ਚ। ਔਰ ਉਹ ਹਮੇਸ਼ਾ ਹੀ ਉੱਚੀ ਉੱਚੀ ਬੋਲ ਕੇ, ਉਹਨੂੰ ਹੋਰ ਤਾਂ ਕੁਛ ਆਉਂਦਾ ਨਹੀਂ ਸੀਗਾ, ਕਿਉਂਕਿ ਜਪਜੀ ਸਾਹਿਬ ਪੜ੍ਹਿਆ ਨਹੀਂ। ਜਪਜੀ ਸਾਹਿਬ ਕਿੱਥੋਂ ਆਉਣਾ? ਕੋਈ ਜਪਜੀ ਸਾਹਿਬ ਦਾ ਪਾਠ ਨਹੀਂ, ਕੋਈ ਸਤਿਨਾਮ ਵਾਹਿਗੁਰੂ ਨਹੀਂ, ਕੋਈ ਰਾਮ ਰਾਮ ਨਹੀਂ, ਕੋਈ ਅਭਿਆਸ ਨਹੀਂ ਸੀਗਾ, ਕੋਈ ਸ਼ਬਦ ਨਹੀਂ। ਤੇ ਬਸ ਅਸਰ ਹੋ ਗਿਆ ਚੰਗੇ ਮਾਹੌਲ ਦਾ। ਜਿਵੇਂ ਬਾਰਿਸ਼ ਹੇਠ ਇਸ਼ਨਾਨ ਕਰਕੇ ਬੰਦੇ ਦਾ ਮਨ ਠੰਡਾ ਹੋ ਜਾਂਦਾ, ਸਰੀਰ ਤੰਦਰੁਸਤ ਹੋ ਜਾਂਦਾ, ਕਿਉਂ ਕੀਰਤਨ ਦੀ ਬਾਰਿਸ਼ ਪੈਣ ਤੋਂ ਮਨ ਸ਼ਾਂਤ ਹੋ ਗਿਆ। ਅਰੇ ਕੋਈ ਪੰਕਤੀ ਗਾਈ ਜਾਏ, ਇਤਿਹਾਸ ਦੇ ਵਿੱਚ ਉਹ ਪੰਕਤੀ ਆਉਂਦੀ ਹੈ, ਮੇਰਾ ਗਿਆ ਕਛੋਟਾ ਲਾਧਾ, ਮੇਰਾ ਗਿਆ ਕਛੋਟਾ ਲਾਧਾ। ਕਛੋਟਾ ਮਤਲਬ ਪੜਦਾ, ਤੇ ਵਸਤਰ ਜੋ ਪੜਦੇ ਵਾਲਾ ਵਸਤਰ ਹੈ ਉਹ ਗਿਆ ਹੋਇਆ, ਗਵਾਚਿਆ ਹੋਇਆ ਲੱਭ ਗਿਆ ਹੈ। ਮਤਲਬ ਗੁਰੂ ਸਾਹਿਬ ਮੈਨੂੰ ਮਿਲ ਗਏ ਨੇ ਤੇ ਇਹਨਾਂ ਦੀ ਹੁਣ ਕਿਰਪਾ ਹੋ ਗਈ ਹੈ। ਇੰਝ ਸਾਧ ਸੰਗਤ ਜੀ ਗਾਈ ਜਾਏ। ਫਿਰ ਸੰਗਤਾਂ ਦੀ ਸਿਫਾਰਿਸ਼ ਤੇ ਸਤਿਗੁਰ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਜਦ ਉਹਨੂੰ ਹਾਜ਼ਰ ਕੀਤਾ ਤੇ ਉਹਦੇ ਕੋਲ ਸੜਿਆਣ ਆ ਰਹੀ ਸੀ, ਬੜੀ ਬਦਬੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਦਾ ਇਸ਼ਨਾਨ ਤਾਂ ਕਰਾਓ ਭਾਈ, ਇਹਨੂੰ ਨਵਾ ਧੋ ਕੇ ਤਾਂ ਲਿਆਓ। ਜਿਸ ਜਲ ਵਿੱਚ ਅਸੀਂ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ, ਉਸ ਜਲ ਵਿੱਚ ਇਸ ਦਾ ਇਸ਼ਨਾਨ ਕਰਾਓ ਤੇ ਆਓ ਗੁਰਦੁਆਰਿਓਂ ਫੁਲਕਾਰੀ ਲੈ ਜਾਓ। ਜਿਹੜੀ ਫੁਲਕਾਰੀ ਵਿਆਹ ਵਾਲੀਆਂ ਕੁੜੀਆਂ ਤੇ ਜਾਂ ਵਿਆਹ ਵਾਲੇ ਮੁੰਡੇ ਲਈ ਵਰਤੀ ਦੀ, ਉਹ ਕਾਰ ਦੇ ਉੱਪਰ ਜੇ ਪਾਈ ਦੀ ਹੈ, ਸੋਹਣੀ ਬੜੀ ਵਿਆਹਾਂ ਸ਼ਾਦੀ। ਸੋ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਕਹਿੰਦੇ ਫੁਲਕਾਰੀ ਲਿਆਓ ਤੇ ਇਹਦਾ ਇਸ਼ਨਾਨ ਕਰਾਓ ਤੇ ਫੁਲਕਾਰੀ ਦੇ ਵਿੱਚ ਲਪੇਟ ਕੇ ਸਾਡੇ ਕੋਲ ਲੈ ਕੇ ਆਓ। ਜਿਸ ਵਕਤ ਗੁਰੂ ਸਾਹਿਬ ਦੇ ਇਸ਼ਨਾਨ ਕੀਤੇ ਜਲ ਵਿੱਚੋਂ ਪ੍ਰੇਮੀ ਕੋੜੀ ਦਾ ਇਸ਼ਨਾਨ ਕਰਵਾਇਆ ਤੇ ਫੁਲਕਾਰੀ ਚੋਂ ਲਪੇਟ ਕੇ ਉਹਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਆਤਮਾ, ਬੜੇ ਪਰਉਪਕਾਰੀ, ਬੜੇ ਦਿਆਲੂ ਕਿਰਪਾਲੂ ਸਨ। ਬਜ਼ੁਰਗ ਅਵਸਥਾ ਜੋ ਮੁਖੋਂ ਬਚਨ ਕਰਦੇ ਉਸੇ ਵਕਤ ਪੂਰਾ ਹੁੰਦਾ ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗਿਆ, ਕਿਆ ਸੋਹਣਾ ਮੁੰਡਾ ਹੋਇਆ, ਇਹ ਤਾਂ ਵਿਆਹ ਵਾਲਾ ਮੁੰਡਾ ਹੋ ਗਿਆ ਹੋਇਆ। ਉਹੀ ਮਹਾਰਾਜ ਖੁਸ਼ੀ 'ਚ ਬੋਲ ਪਏ, ਸੱਚਮੁੱਚ ਹੀ ਜਿਸ ਤਰ੍ਹਾਂ ਘੋੜੀ ਚੜ੍ਹਨਾ ਹੋਏ, ਕੋਈ ਨਹਾ ਕੇ ਖਾਰੇ ਤੋਂ ਤਾਰਿਆ ਹੋਵੇ ਨਾ, ਕਹਿੰਦੀ ਤਾਂ ਹੀ ਜਾਪਦਾ ਵੀ ਬੜਾ ਸੋਹਣਾ ਲਿਆਓ। ਕੋਈ ਆਪਦੀ ਧੀ ਦਿਓ,
ਅਸੀਂ ਉਸ ਨੂੰ ਆਪਦੀ ਧੀ ਬਣਾ ਕੇ ਇਹਦੇ ਨਾਲ ਵਿਆਹੁਣਾ ਹੈ। ਅੱਜ ਇਹਦਾ ਆਨੰਦ ਕਾਰਜ ਵੀ ਕਰਨਾ ਹੈ ਤਾਂ ਲਾੜਾ ਬਣਿਆ ਹੋਇਆ। ਵਾਹਿਗੁਰੂ ਵਾਹਿਗੁਰੂ। ਸਭ ਹੈਰਾਨ ਪਰੇਸ਼ਾਨ ਮੁੜਕੋ ਮੁੜਕੀ ਇਹ ਗੁਰਾਂ ਨੇ ਬਚਨ ਕੀ ਕਰਤਾ। ਸਭਨਾਂ ਦੀਆਂ ਨੀਵੀਆਂ ਪੈ ਗਈਆਂ। ਇੱਕ ਗੁਰੂ ਦਾ ਸਿੱਖ ਬੜੇ ਪਿਆਰ ਵਾਲਾ ਭਰੋਸੇ ਵਾਲਾ ਸੀਗਾ। ਉਸ ਦੀ ਇਸਤਰੀ ਕੁਝ ਕ੍ਰੋਧੀ ਸੁਭਾਅ ਦੀ। ਉਹਨੇ ਉਹਨੂੰ ਭੇਜਤਾ ਵੀ ਜਾ ਤੂੰ ਲੰਗਰ 'ਚ ਸੇਵਾ ਕਰ। ਆਨੇ ਬਾਨੇ ਉਹਨੂੰ ਲੰਗਰ 'ਚ ਤੋਰਤਾ। ਜਦੋਂ ਮਹਾਰਾਜ ਦੀਆਂ ਪ੍ਰਸ਼ਾਦੇ ਪਕਾ ਆਪ ਪਿੱਛੋਂ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ। ਆਪ ਦੀ ਧੀ ਰਾਣੀ ਨੂੰ ਮੱਥਾ ਟਿਕਾਇਆ। ਆਖਿਆ ਸੱਚੇ ਪਾਤਸ਼ਾਹ ਜੀਓ, ਜਦੋਂ ਤੋਂ ਇਹਦਾ ਜਨਮ ਹੋਇਆ ਹੈ ਮੇਰੇ ਮਨ ਦਾ ਫੁਰਨਾ ਸੀਗਾ ਵੀ ਮੈਂ ਆਪ ਦੇ ਚਰਨਾਂ 'ਚ ਆਪ ਦੀ ਧੀ ਰਾਣੀ ਭੇਟਾ ਕਰਨੀ ਹੈ ਤੇ ਆਪ ਦੀ ਉਹ ਧੀ ਹੈ। ਮੇਰੇ ਵੱਲੋਂ ਜਿਸ ਤਰ੍ਹਾਂ ਮਰਜ਼ੀ ਆਪ ਦੀ ਖੁਸ਼ੀ, ਜਿੱਥੇ ਮਰਜ਼ੀ ਆਨੰਦ ਕਾਰਜ ਕਰੋ। ਗੁਰੂ ਸਾਹਿਬ ਕਹਿੰਦੇ ਜੇ ਤੂੰ ਸਾਡਾ ਬਚਨ ਸਾਡੀ ਬੇਨਤੀ ਮੰਨੇ ਤਾਂ ਇਸ ਨੌਜਵਾਨ ਪੁਰਖ ਨਾਲ ਅਸੀਂ ਇਸ ਦੀ ਸ਼ਾਦੀ ਕਰ ਦਈਏ। ਆਪ ਦੀ ਧੀ ਸਮਝ ਕੇ ਇਸ ਨੂੰ ਚੰਗੇ ਪਾਸੇ ਹੀ ਅਸੀਂ ਲਾਉਣਾ ਹੈ। ਇੱਥੇ ਕਿਰਪਾ ਕਰਨੀ ਹੈ। ਕਹਿੰਦੇ ਜੀ ਆਪ ਦੀ ਖੁਸ਼ੀ ਹੈ। ਉਹਨੇ ਆਪ ਦੀ ਇਸਤਰੀ ਨੂੰ ਨਹੀਂ ਪੁੱਛਿਆ। ਜੋ ਗੁਰੂ ਇਤਿਹਾਸ 'ਚ ਬਚਨ ਆਇਆ ਮੈਂ ਉਸੇ ਤਰ੍ਹਾਂ ਸੁਣਾ ਰਿਹਾ। ਤੇ ਗੁਰੂ ਜੀ ਮਹਾਰਾਜ ਨੇ ਨਾਮ ਰੱਖਦਾ ਮੱਥੋ ਮੁਰਾਰੀ। ਤੇ ਉਹਨਾਂ ਨੂੰ 22 ਮੰਜੀਆਂ ਜਿਨ੍ਹਾਂ ਗੁਰਸਿੱਖਾਂ ਨੂੰ ਗੁਰੂ ਸਾਹਿਬ ਨੇ ਬਖਸ਼ੀਆਂ, 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਉਹ ਪ੍ਰੇਮੇ ਕੋੜੀ ਨੂੰ ਜਿਹੜਾ ਮੱਥੋ ਮੁਰਾਰੀ ਬਣਾਇਆ ਉਹਨੂੰ ਵੀ ਗੁਰੂ ਸਾਹਿਬ ਨੇ ਬਖਸ਼ੀ। ਤੇ ਮੰਜੀ ਜਿਹਨੂੰ ਬਖਸ਼ਦੇ ਉਹਨੂੰ ਨਾਲ ਬ੍ਰਹਮ ਗਿਆਨ ਵੀ ਦੇ ਦਿੰਦੇ। ਯਾਨੀ ਕਿ ਉਹ ਵੇਖੋ ਇੱਕ ਕੋੜੀ ਬੰਦਾ ਗਲੇ ਸੜੇ ਸਰੀਰ ਵਾਲਾ, ਗਲੇ ਸੜੇ ਮਨ ਵਾਲਾ ਗੁਰਦੁਆਰੇ ਸਾਹਿਬ ਆਇਆ। ਉਹਦਾ ਮਨ ਪਵਿੱਤਰ ਹੋ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਭਰੀ ਨਿਗਾਹ ਪਈ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਉਹ ਸ਼ੁੱਧ ਸੋਨੇ ਦੀ ਤਰ੍ਹਾਂ ਸਰੀਰ ਵੀ ਉਹਦਾ ਤੰਦਰੁਸਤ ਉਮਰਨੋਂ ਹੋ ਗਿਆ। ਜਦੋਂ ਇਸ਼ਨਾਨ ਕਰਕੇ ਫੁਲਕਾਰੀ ਪਾਈ ਤੇ ਆਪਣੇ ਆਪ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਤੰਦਰੁਸਤੀ ਆ ਗਈ। ਫਿਰ ਮਹਾਰਾਜ ਨੇ ਆਨੰਦ ਕਾਰਜ ਕਰਾ ਕੇ ਉਹਨਾਂ ਨੂੰ ਆਖਿਆ ਵੀ ਜਾਓ ਭਾਈ ਹੁਣ ਆਪਦੇ ਘਰ ਪਿਆਰ ਸਤਿਕਾਰ ਸਹਿਜ ਗ੍ਰਸਤੀ ਜੀਵਨ ਜੀਵੋ। ਜਿਹੜਾ ਤੁਹਾਡਾ ਨਾਮ ਜਪੇਗਾ ਮੱਥੋ ਮੁਰਾਰੀ ਉਹਦਾ ਸੰਸਾਰ ਤੋਂ ਪਾਰੋ ਤਾਰਾ ਹੋਏਗਾ ਤੇ ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰੋ। ਇਹ ਮਹਾਰਾਜ ਨੇ ਮੰਜੀ ਬਖਸ਼ੀ ਪ੍ਰੇਮੇ ਕੋੜੀ ਨੂੰ। ਵੇਖੋ ਕਿੰਨੀ ਮਹਾਰਾਜ ਦੀ ਦਿਆਲਤਾ ਹੈ, ਕਿੰਨਾ ਪਰਉਪਕਾਰ ਹੈ। ਇਉਂ ਸਤਿਗੁਰੂ ਜੀ ਫਰਮਾਨ ਕਰਦੇ ਹਨ। ਸਤਿਗੁਰ ਕੀ ਜੇ ਸਰਣੀ ਆਵੈ। ਗਲੇ ਸੜੇ ਲੋਹੇ ਦੀ ਤਰ੍ਹਾਂ ਜੇਕਰ ਕੋਈ ਪਾਪੀ ਪੁਰਸ਼ ਵੀ ਸਤਿਗੁਰੂ ਜੀ ਦੀ ਸ਼ਰਨ ਓਟ ਵਿੱਚ ਆ ਜਾਵੇ ਫਿਰ ਮਨੋਰਹੁ ਕੰਚਨ ਹੋਹਾ। ਉਹ ਫਿਰ ਲੋਹੇ ਦੀ ਮੈਲ ਵੱਤ ਸੋ ਪਾਪ ਕਰਮ ਰੂਪੀ ਮੈਲ ਤੋਂ ਸੋਨੇ ਵੱਤ ਸ਼ੁੱਧ ਜੀਵਨ ਵਾਲਾ ਹੋ ਜਾਂਦਾ ਹੈ ਜਾਂ 12 ਮੁਨੀ ਦਾ ਸੋਨਾ ਬਣ ਜਾਂਦਾ। ਭਾਵ 5 ਗਿਆਨ ਇੰਦਰੀ 5 ਕਰਮ ਇੰਦਰੀ ਮਨ ਤੇ ਬੁੱਧ ਨੂੰ ਸ਼ੁੱਧ ਬਣਾ ਕੇ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ। ਜੋ ਸੱਚਾ ਗੁਰੂ ਹੈ ਉਹ ਵੈਰ ਤੋਂ ਰਹਿਤ ਹੈ ਕਿਉਂਕਿ ਗੁਰੂ ਨੂੰ ਪੁੱਤਰ ਅਤੇ ਦੁਸ਼ਮਣ ਇੱਕ ਬਰਾਬਰ ਹਨ। ਔਗਣ ਕਟੇ ਕਰੇ ਸੁਧ ਦੇਹਾ। ਅਤੇ ਜੋ ਜੀਵ ਦੇ ਔਗਣਾਂ ਨੂੰ ਕੱਟ ਕੇ ਸ਼ੁੱਧ ਪਵਿੱਤਰ ਜੀਵਨ ਵਾਲਾ ਬਣਾ ਦੇਣਾ ਕਰਦਾ ਹੈ ਸਤਿਗੁਰੂ ਜੀ। ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਜਮਾਨ ਸਨ ਤਦੋਂ ਸੈਦ ਖਾਂ ਪਠਾਨ ਵੀ ਸਤਿਗੁਰਾਂ ਦੇ ਵਿਰੁੱਧ ਚੜ੍ਹ ਕੇ ਆਇਆ ਸੀ। ਉਸਨੇ ਆਪਣੇ ਮਨ ਵਿੱਚ ਗੁਰਾਂ ਦੀ ਸੂਰਵੀਰਤਾ ਵਾਲੀ ਭਾਰੀ ਮਹਿਮਾ ਵਸਾਈ ਹੋਈ ਸੀ। ਸੈਦ ਖਾਨ ਦਿਲੋਂ ਚਾਹੁੰਦਾ ਸੀ ਕਿ ਮੈਨੂੰ ਇਕੱਲੇ ਨੂੰ ਗੁਰੂ ਜੀ ਆ ਕੇ ਮਿਲਣ। ਉਸ ਵੇਲੇ ਅੰਤਰਜਾਮੀ ਸਤਿਗੁਰੂ ਜੀ ਘੋੜੇ ਨੂੰ ਦੌੜਾ ਕੇ ਸੈਦ ਖਾਨ ਦੇ ਸਾਹਮਣੇ ਜਾ ਖਲੋਤੇ ਅਤੇ ਉਸ ਨੂੰ ਮੰਗਾਰ ਕੇ ਕਿਹਾ ਕਿ ਅਸੀਂ ਹਾਜ਼ਰ ਹਾਂ, ਪਹਿਲਾਂ ਤੂੰ ਸਾਡੇ ਉੱਪਰ ਵਾਰ ਕਰ ਫਿਰ ਅਸੀਂ ਵਾਰ ਕਰਾਂਗੇ। ਉਹ ਗੁਰੂ ਜੀ ਦੇ ਪ੍ਰਤਾਪੀ ਚਿਹਰੇ ਨੂੰ ਦੇਖ ਕੇ ਮੋਹਿਤ ਹੋ ਗਿਆ
ਉਹਦੇ ਹੱਥੋਂ ਤਲਵਾਰ ਹੇਠਾਂ ਡਿੱਗ ਪਈ, ਉਹਦੇ ਨੇਤਰ ਖਿੜ ਗਏ। ਉਹ ਸਤਿਗੁਰਾਂ ਦੇ ਚਰਨੀ ਜਾ ਪਿਆ। ਜਦੋਂ ਚਰਨਾਂ ਦੀ ਛੋਹ ਪ੍ਰਾਪਤ ਹੋਈ ਤਾਂ ਬ੍ਰਹਮ ਗਿਆਨ ਦੀ ਬਖਸ਼ਿਸ਼ ਹੋ ਗਈ। ਰੋਮ ਰੋਮ 'ਚ ਪ੍ਰਮਾਤਮਾ ਦੇ ਨਾਮ ਦੀ ਆਵਾਜ਼ ਆਉਣ ਲੱਗ ਪਈ। ਗੁਰੂ ਜੀ ਨੇ ਉਹਨੂੰ ਕਿਰਪਾ ਭਰੀ ਨਿਗਾਹ ਦੇ ਨਾਲ ਨਿਹਾਲ ਕਰ ਦਿੱਤਾ। ਗੁਰੂ ਜੀ ਨੇ ਕਿਹਾ ਕਿ ਹੁਣ ਕੀ ਇਰਾਦਾ ਹੈ? ਉਸਨੇ ਕਿਹਾ ਕਿ ਜੋ ਤੁਸੀਂ ਹੁਕਮ ਕਰੋ। ਅੱਗੋਂ ਗੁਰੂ ਜੀ ਨੇ ਕਿਹਾ ਕਿ ਜਿੱਧਰ ਨੂੰ ਮੁੱਖ ਹੈ ਉੱਧਰ ਨੂੰ ਚਲਿਆ ਜਾ। ਤਦੋਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਸ੍ਰੀ ਪੌਂਡਾ ਸਾਹਿਬ ਦੀਆਂ ਪਹਾੜੀਆਂ ਵਿੱਚ ਉਹ ਚਲਾ ਗਿਆ ਸੀਗਾ ਅਤੇ ਉੱਥੇ ਰਹਿ ਕੇ ਬਹੁਤ ਭਾਰੀ ਤਪੱਸਿਆ ਕੀਤੀ। ਇਸ ਪ੍ਰਕਾਰ ਗੁਰੂ ਦਾ ਭਾਵੇਂ ਕੋਈ ਮਿੱਤਰ, ਪੰਜ ਭੂਆ ਦੇ ਪੁੱਤ ਭਰਾ ਸੰਗੋਸ਼ਾ ਜੀਤ ਮਾਲੀ ਮਿੱਤਰ ਸਨ, ਤੇ ਜਾਂ ਭਾਵੇਂ ਕੋਈ ਦੁਸ਼ਮਣ, ਸੈਦ ਖਾਂ ਦੁਸ਼ਮਣ ਹੀ ਸੀਗਾ, ਚੜ ਕੇ ਆਇਆ ਸੀ। ਗੁਰੂ ਜੀ ਇੱਕੋ ਨਿਗਾਹ ਪਾ ਕੇ ਨਿਹਾਲ ਕਰ ਦਿੰਦੇ ਨੇ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਦਾਰਿਓ। ਨਾਨਕ ਨਦਰੀ ਨਦਰ ਨਿਹਾਲ ਦੀ ਕਿਰਪਾ ਕਰਦੇ ਨੇ। ਨਾਨਕ ਜਿਸ ਤੁਰ ਮਸਤਕ ਹੋਵੈ ਲਿਖਿਆ। ਸਤਿਗੁਰੂ ਜੀ ਕਥਨ ਕਰਦੇ ਕਿ ਜਿਸ ਦੇ ਧੁਰ ਤੋਂ ਮੱਥੇ ਦੇ ਉੱਪਰ ਸ੍ਰੇਸ਼ਟ ਲੇਖ ਲਿਖਿਆ ਹੁੰਦਾ ਹੈ, ਤਿਸ ਸਤਿਗੁਰ ਨਾਲ ਸੁਨੇਹਾ। ਇਸ ਦਾ ਸਤਿਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ। ਜਿਸ ਬਾਣੀ ਦੀ ਆਪ ਕਥਾ ਸੁਣ ਰਹੇ ਹੋ, ਇਹ ਪੂਰੇ ਸਤਿਗੁਰਾਂ ਦੀ ਉਪਦੇਸ਼ ਰੂਪ ਬਾਣੀ ਅੰਮ੍ਰਿਤ ਰੂਪ ਹੈ, ਜਾਂ ਪੂਰੇ ਸਤਿਗੁਰੂ ਦੀ ਬਾਣੀ ਮ੍ਰਿਤੂ ਤੋਂ ਰਹਿਤ ਭਾਵ ਅਮਰ ਕਰਨੇ ਵਾਲੀ ਹੈ। ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ। ਜਿਸ ਉੱਤੇ ਪਰਮੇਸ਼ਰ ਕਿਰਪਾਲੂ ਦਿਆਲੂ ਹੁੰਦਾ ਹੈ, ਉਸ ਦੇ ਹਿਰਦੇ ਵਿੱਚ ਗੁਰਾਂ ਦੀ ਉਪਦੇਸ਼ ਰੂਪ ਬਾਣੀ ਵਸਦੀ ਹੈ। ਆਵਣ ਜਾਣਾ ਤਿਸ ਕਾ ਕਟਿਐ। ਇਸ ਪੁਰਖ ਦਾ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਕੱਟਿਆ ਮਿਟ ਜਾਂਦਾ ਹੈ। ਸਦਾ ਸਦਾ ਸੁਖ ਹੋਹਾ। ਪਰ ਉਸ ਨੂੰ ਸਦਾ ਸਰੂਪ ਦੀ ਪ੍ਰਾਪਤੀ ਕਰਕੇ ਹਮੇਸ਼ਾ ਰਹਿਣ ਵਾਲਾ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਪੌੜੀ। ਪੰਜਵੇਂ ਪਾਤਸ਼ਾਹ ਜੀ ਪੌੜੀ ਉਚਾਰ ਰਹੇ ਹਨ। ਜੋ ਤੁਧ ਪਾਣਾ ਜੰਤ। ਇਹ ਪਰਮੇਸ਼ਰ ਜਿਹੜਾ ਜੀਵ ਤੈਨੂੰ ਭਾ ਜਾਂਦਾ ਹੈ, ਸੋ ਦਰਗਹ ਸਿਜਾਈ। ਜੋ ਤੁਧ ਪਾਣਾ ਜੰਤ ਸੋ ਤੁਧ ਬੁਝਾਈ। ਉਹ ਗੁਰ ਉਪਦੇਸ਼ ਨੂੰ ਕਮਾ ਕੇ ਤੇਰੇ ਸਰੂਪ ਨੂੰ ਬੁੱਝਦਾ ਸਮਝਦਾ ਹੈ। ਜੋ ਤੁਧ ਪਾਣਾ ਜੰਤ। ਇਹ ਪਰਮੇਸ਼ਰ ਜਿਹੜਾ ਜੀਵ ਤੈਨੂੰ ਭਾ ਜਾਂਦਾ ਹੈ, ਸੋ ਦਰਗਹ ਸਜਾਈ। ਉਹੀ ਤੇਰੀ ਨਿਆਈ ਸਭਾ ਵਿੱਚ ਮੁਕਤ ਹੁੰਦਾ ਹੈ। ਜਸਨੋ ਤੇਰੀ ਨਦਰ। ਜਿਸ ਉੱਤੇ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਹਉਮੈ ਤੈ ਸੰਗਾਈ। ਇਸ ਜੀਵ ਦੀ ਦੇਹ ਦੀ ਹੰਗਤਾ ਚਲੀ ਗਈ ਹੈ। ਜਸਨੋ ਤੂੰ ਸੰਤੁਸ਼ਟ। ਜਿਸ ਉੱਤੇ ਤੂੰ ਪ੍ਰਸੰਨ ਹੁੰਦਾ ਹੈ, ਮਲ ਮਲ ਤੈ ਸਖਾਈ। ਇਸ ਦੇ ਪਾਪ ਨਾਸ਼ ਹੋ ਜਾਂਦੇ ਨੇ, ਜਾਂ ਕਲ ਮਲ ਕਲਯੁਗ ਦੇ ਮੈਲ ਰੂਪ ਭਾਵ ਕਰਮ, ਜਾਂ ਕਲ ਭਾਵ ਅਵਿਦਿਆ ਰੂਪੀ ਮਲ ਦੋਸ਼ ਆਦਿਕ ਸਾਰੇ ਨਾਸ਼ ਹੋ ਜਾਂਦੇ ਹਨ। ਜਿਸ ਕਾ ਸੁਆਮੀ ਵੱਲ। ਇਹ ਮਾਲਕ ਪਰਮੇਸ਼ਰ ਜਿਸ ਦਾ ਹੋਵੇ ਵੱਲ, ਸੋ ਕਦੇ ਨਾ ਹਾਰਦਾ। ਜਿਸ ਦੇ ਦਿਉ ਵੱਲ ਤਰਫ ਹੁੰਦਾ ਹੈ, ਨਿਰਭਉ ਸੋ ਪਾਈ। ਉਹ ਕਾਲ ਜਾਂ ਜਮਾ ਵੱਲੋਂ ਜਾਂ 7 ਪ੍ਰਕਾਰ ਦੇ ਦਰ ਤੋਂ ਰਹਿਤ ਨਿਰਭਉ ਹੋ ਜਾਂਦਾ ਹੈ। ਉਹਨੂੰ ਪਤਾ ਹੈ ਕਿ ਹੁਣ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਹੈ, ਕਿਉਂਕਿ ਮੇਰੇ ਵੱਲ ਗੁਰੂ ਸਾਹਿਬ ਹਨ। ਜਸਨੋ ਤੂੰ ਕਿਰਪਾਲ। ਜਿਸ ਉੱਪਰ ਤੂੰ ਕਿਰਪਾਲੂ ਦਿਆਲੂ ਹੁੰਦਾ ਹੈ, ਸੱਚਾ ਸੋ ਥਾਈ।
ਸੱਚਾ ਪੁਰਖ ਹੁੰਦਾ ਹੈ। ਜਸਨੋ ਤੇਰੀ ਮਾਇਆ ਜਿਸ ਤੇ ਤੇਰੀ ਮਿਹਰ ਹੁੰਦੀ ਹੈ। ਨਾ ਪੋਹਾ ਅਗਨਾਈ ਉਸ ਨੂੰ ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ, ਨਰਕਾਂ ਦੇ ਵਿੱਚ ਪੈਣ ਦੀ ਅੱਗ, ਮਾਤਾ ਦੇ ਗਰਭ ਦੀ ਜਠਰਾ ਅੱਗ ਇਹ ਪੋਹ ਨਹੀਂ ਸਕਦੀ। ਸੋ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ। ਪ੍ਰਤੱਖ ਅੱਗ ਵੀ ਬਾਬਾ ਬਿਧੀ ਚੰਦ ਵਾਂਗ ਭੱਠ ਵਿੱਚ ਬੈਠਣ ਤੋਂ ਉਹ ਨਹੀਂ ਸੀ ਸਕੀ। ਤੈਸਨੋ ਸਦਾ ਦਿਆਲ ਇਸ ਉੱਪਰ ਹੀ ਪਰਮੇਸ਼ਰ ਤੂੰ ਸਦਾ ਹੀ ਦਿਆਲੂ ਹੋਇਆ ਹੈ। ਜਿਨ ਗੁਰ ਤੇ ਮਤ ਲਈ ਜਿਸ ਨੇ ਗੁਰਾਂ ਤੋਂ ਸਿੱਖਿਆ ਲਈ ਹੈ। ਸ਼ਲੋਕ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਕਰ ਕਿਰਪਾ ਕਿਰਪਾਲ। ਰਾਮਕਲੀ ਦੀ ਵਾਰ ਦਾ 8ਵਾਂ ਸ਼ਲੋਕ ਹੈ। ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਗੁਰਦੁਆਰੇ ਆ ਕੇ ਅਰਦਾਸ ਕਿਵੇਂ ਕਰਨੀ ਹੈ ਉਹ ਸਿਖਾਉਂਦੇ ਨੇ, ਜਾਂ ਸਾਡੀ ਵੱਲੋਂ ਆਪ ਅਰਦਾਸ ਕਰਦੇ ਨੇ। ਹੇ ਕਿਰਪਾ ਦੇ ਘਰ ਪਰਮੇਸ਼ਰ, ਤੂੰ ਇਹਨਾਂ ਜੀਆਂ ਦੇ ਜਾਂ ਮੇਰੇ ਤੇ ਕਿਰਪਾ ਭਰੀ ਦ੍ਰਿਸ਼ਟੀ ਕਰਨਾ ਕਰ। ਆਪੇ ਬਖਸ਼ ਲੈ। ਪਰ ਤੂੰ ਆਪ ਹੀ ਆਪਣੀ ਸ਼ਰਨ ਵਿੱਚ ਪਾ ਕੇ ਮੇਰੇ ਔਗਣ, ਗੁਰੂ ਜੀ ਦੇ ਵਿੱਚ ਤਾਂ ਔਗਣ ਕੋਈ ਹੈ ਹੀ ਨਹੀਂ। ਮਹਾਰਾਜ ਤਾਂ ਗੁਰੂ ਅਰਜਨ ਪ੍ਰਤੱਖ ਹਰੀ ਦਾ ਸਰੂਪ ਨੇ। ਸਾਡੇ ਔਗਣਾਂ ਬਾਰੇ ਬੇਨਤੀ ਕਰ ਰਹੇ ਨੇ। ਇਹਨਾਂ ਜੀਆਂ ਦੀ ਔਗਣ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ। ਇਹ ਉੱਤਮ ਭਗਤੀ ਰਾਹੀਂ ਉਪਦੇਸ਼ ਹੈ। ਹੁਣ ਜਿਹੜਾ ਵੀ ਬਾਣੀ ਪੜੂਗਾ ਉਹਨੂੰ ਜਾਪੂਗਾ ਕਿ ਮੈਂ ਹੀ ਅਰਦਾਸ ਕਰ ਰਿਹਾ। ਇਹ ਵਾਹਿਗੁਰੂ ਤੂੰ ਮੈਨੂੰ ਬਖਸ਼ ਲੈ, ਮੇਰੀ ਔਗਣ ਬਖਸ਼ ਲੈ ਆਪਦੀ ਸ਼ਰਨ 'ਚ ਪਾ ਕੇ, ਜਿਸ ਕਰਕੇ ਮੈਂ ਸਤਿਗੁਰਾਂ ਦੇ ਚਰਨੀ ਪੈ ਕੇ ਹਮੇਸ਼ਾ ਹਮੇਸ਼ਾ ਤੇਰਾ ਅੰਮ੍ਰਿਤ ਨਾਮ ਜਪਣਾ ਕਰਾਂ। ਸਤਿਗੁਰ ਪਾਏ ਪੈ ਮੇਰੀ ਜਗ੍ਹਾ ਸਤਿਗੁਰੂ ਦੇ ਚਰਨਾਂ ਵਿੱਚ ਬਣਾ ਦੇ। ਮਨ ਤਨ ਅੰਤਰ ਵਸ। ਇਹ ਪਰਮੇਸ਼ਰ ਮੇਰੇ ਮਨ ਹਿਰਦੇ ਤੇ ਤਨ ਸਰੀਰ ਦੇ ਅੰਦਰ ਵਿੱਚ ਗੁਰਾਂ ਦੁਆਰਾ ਆ ਕੇ ਵਸਣਾ ਕਰ। ਦੁੱਖਾਂ ਨਾਸ ਹੋਏ। ਜਿਸ ਕਰਕੇ ਅਗਿਆਨ ਤੋਂ ਪੈਦਾ ਹੋਏ ਬੁਰਾ ਭਲਾ ਦੇਹ ਅਧਿਆਸ ਜੰਮਣਾ ਮਰਨਾ ਆਦਿਕ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਏ ਜੀ। ਹੱਥ ਦੇ ਆਪ ਰੱਖ। ਇਹ ਪਰਮੇਸ਼ਰ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਰੱਖਿਆ ਕਰੋ ਜੀ। ਵਿਆਪੈ ਭਉ ਨਾ ਕੋਏ। ਜਿਸ ਕਰਕੇ ਮੈਨੂੰ ਕੋਈ ਵੀ ਡਰ ਨਾ ਲੱਗੇ। ਗੁਣ ਗਾਵਾਂ ਦਿਨ ਰਹਿਣਾ। हे ਪਰਮੇਸ਼ਰ ਮੈਂ ਦਿਨ ਅਤੇ ਰਾਤ, ਦਿਨ ਨਾ ਵੇਖਾਂ ਰਾਤ ਨਾ ਵੇਖਾਂ, ਕੀਰਤਨ ਵਿੱਚ ਪਾ ਕੇ ਜਾਂ ਕਥਾ ਦੁਆਰਾ ਜਾਂ ਕੇਵਲ ਪਾਠ ਦੇ ਦੁਆਰਾ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰਾਂ। ਏਤਾ ਕੰਮ ਲਾਏ। ਜਿਹੜਾ ਮਿਸਤਰੀ ਹੈ ਉਹ ਮਿਸਤਰੀ ਕਾਰੀਗਰ ਗੁਣਾ ਕਰਦਾ, ਬਜਾਜੀ ਕੱਪੜਾ ਵੇਚਦਾ, ਦੁਕਾਨਦਾਰ ਆਪ ਦਾ ਸੌਦਾ ਪਤਾ। ਸੋ ਸਾਰੇ ਆਪੋ ਆਪਣਾ ਕੰਮ ਕਰਦੇ ਨੇ। ਮੈਨੂੰ ਤੂੰ ਇਸ ਕੰਮ 'ਚ ਹੀ ਲਾ ਲਾ ਕਿ ਦਿਨ ਰਾਤ ਮੈਂ ਤੇਰੀ ਬਾਣੀ ਪੜ੍ਹਦਾ ਰਹਾਂ, ਮੈਂ ਤੇਰੇ ਨਾਮ ਦਾ ਪਾਠ ਕਰਦਾ ਰਹਾਂ, ਕਥਾ ਕੀਰਤਨ ਵਿੱਚ ਜੁੜਿਆ ਰਹਾਂ। ਇਸ ਕੰਮ ਵਿੱਚ ਮੈਨੂੰ ਜ਼ਰੂਰ ਲਾਉਣਾ ਕਰ। ਸੰਤ ਜਨਾਂ ਕਾ ਸੰਗ। ਇਹ ਪਰਮੇਸ਼ਰ ਤੇਰੀ ਭਗਤੀ ਕਰਨ ਵਾਲੇ ਸੰਤਾਂ ਭਗਤਾਂ ਜਨਾਂ ਦੇ ਨਾਲ ਮਿਲ ਕੇ ਹਉਮੈ ਰੋਗ ਜਾਏ। ਦੇਹ ਦੀ ਹੰਗਤਾ ਦਾ ਰੋਗ ਚਲਿਆ ਜਾਂਦਾ ਹੈ। ਸਰਬ ਨਿਰੰਤਰ ਖਾਸਮ। ਇਹ ਮਾਲਕ ਪਰਮੇਸ਼ਰ ਜੀ ਤੂੰ ਸਾਰਿਆਂ ਵਿੱਚ ਇੱਕ ਰਸ, ਏਕੋ ਰਵ ਰਹਿਆ। ਇੱਕ ਅਦਵੈਤ ਰੂਪ ਹੋ ਕੇ ਵਿਆਪਕ ਹੋ ਰਿਹਾ ਹੈ, ਜਾਂ ਅੰਤਰੇ ਤੂੰ ਰਹਿਤ ਹੋ ਕੇ ਸਾਰਿਆਂ ਦੇ ਅੰਦਰ ਇੱਕ ਰਸ ਵਿਆਪਕ ਹੋ ਰਿਹਾ ਹੈ ਜੀ।
ਗੁਰ ਪ੍ਰਸਾਦੀ ਸੱਚ। ਸੱਚੇ ਪਰਮੇਸ਼ਰ ਗੁਰਾਂ ਦੀ ਕਿਰਪਾ ਸਦਕਾ ਸੱਚੋ ਸੱਚ ਲਹਿਆ। ਤੇਰੇ ਸੱਚੇ ਨਾਮ ਨੂੰ ਜਪ ਕੇ ਤੇਰੇ ਸੱਚੇ ਸਰੂਪ ਨੂੰ ਲੱਭਿਆ ਪ੍ਰਾਪਤ ਕੀਤਾ ਹੈ। ਇਸੇ ਪ੍ਰਕਾਰ ਗੁਰ ਪ੍ਰਸਾਦੀ ਸੱਚ। ਇਹ ਪਰਮੇਸ਼ਰ ਗੁਰਾਂ ਦੀ ਕਿਰਪਾ ਦੁਆਰਾ ਤੇਰੇ ਸੱਚੇ ਨਾਮ ਜਪਣ ਨੂੰ ਜਪਣ ਨਾਲ ਸੱਚ ਨਿਸ਼ਚੈ ਕਰਕੇ ਸੱਚੋ ਸੱਚ ਲਹਿਆ। ਸੱਚਾ ਆਤਮਿਕ ਸੁਖ ਪ੍ਰਾਪਤ ਕੀਤਾ ਹੈ, ਜੋ ਤਿੰਨਾਂ ਕਾਲਾਂ ਵਿੱਚ ਜਾਗਰਤ ਸੁਪਨ ਸੁਖੋਪਤ ਵਿੱਚ ਮਨ ਬਣੀ ਸਰੀਰ ਵਿੱਚ ਨਿਸ਼ਚੈ ਕਰਕੇ ਤੇਰਾ ਸੱਚਾ ਸਰੂਪ ਹੈ ਉਸ ਨੂੰ ਪ੍ਰਾਪਤ ਕੀਤਾ ਹੈ। ਇਸੇ ਪ੍ਰਕਾਰ ਗੁਰ ਪ੍ਰਸਾਦੀ ਸੱਚ। ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਤੇਰੇ ਸੱਚੇ ਨਾਮ ਨੂੰ ਸਰਵਣ ਕੀਤਾ ਹੈ, ਫਿਰ ਤੇਰੇ ਸੱਚੇ ਨਾਮ ਦਾ ਮੰਨਣ ਕੀਤਾ ਹੈ, ਸੱਚੋ ਸੱਚ ਲਹਿਆ। ਫਿਰ ਤੇਰੇ ਸੱਚੇ ਨਾਮ ਦਾ ਨਿਧਿਆਸਨ ਕੀਤਾ, ਉਹਨਾਂ ਨੇ ਤੇਰੇ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ। ਦਇਆ ਕਰੋ ਦਇਆਲ। ਹੇ ਕਿਰਪਾਲੂ ਪਰਮੇਸ਼ਰ, ਮੇਰੇ ਉੱਪਰ ਦਇਆ ਮਿਹਰ ਦੀ ਦ੍ਰਿਸ਼ਟੀ ਕਰੋ ਜੀ। ਆਪਣੀ ਸਿਫਤ ਦੇਹੋ। ਪਰ ਮੈਨੂੰ ਆਪਣੀ ਸਿਫਤ ਸਲਾਹ ਭਗਤੀ ਕਰਨੀ ਬਖਸ਼ ਦੇਵੋ ਜੀ। ਦਰਸ਼ਨ ਦੇਖਨ ਹਾਲ। ਸਤਿਗੁਰੂ ਜੀ, ਤੇਰੇ ਦਰਸ਼ਨ ਕਰਦਿਆਂ ਸਾਰੀ ਮੇਰੀ ਮਨ 'ਚ ਖੁਸ਼ੀ ਹੋ ਜਾਏ। ਮੇਰੇ ਅੰਦਰ ਇਹੋ ਜਿਹੀ ਪ੍ਰੀਤੀ ਪਾ ਦੇ, ਮੈਂ ਦਰਸ਼ਨ ਵੇਖ ਕੇ ਹੀ ਪ੍ਰਸੰਨ ਖੁਸ਼ ਹੋ ਜਾਵਾਂ, ਨਿਹਾਲ ਹੋ ਜਾਵਾਂ। ਨਾਨਕ ਪ੍ਰੀਤ ਇਹ। ਗੁਰੂ ਸਾਹਿਬ ਕਥਨ ਕਰਦੇ ਕਿ ਇਹ ਪ੍ਰੀਤੀ ਮੇਰੇ ਮਨ ਵਿੱਚ ਹੋਵੇ ਜੀ, ਮੈਂ ਆਪ ਦੇ ਦਰਸ਼ਨਾਂ ਨੂੰ ਹੀ ਚਾਹਾਂ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਉਪਦੇਸ਼ ਵਿਚਾਰ ਰਹੇ ਹਨ। ਏਕੋ ਜਪੀਐ ਮਨ ਮਾਹੇ। ਇਹ ਭਾਈ ਆਪਣੇ ਮਨ ਦੇ ਵਿੱਚ ਹੋਰ ਕੋਈ ਫੁਰਨਾ ਨਾ ਕਰੋ, ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਜਪਣਾ ਕਰੋ। ਇਕ ਸਕੀ ਸਰਣ ਏ। ਸਰੀਰ ਕਰਕੇ ਇੱਕ ਅਕਾਲ ਪੁਰਖ ਦੀ ਸ਼ਰਨ ਲੈਣਾ ਕਰੋ, ਮਤਲਬ ਗੁਰਦੁਆਰੇ ਦੀ ਸੰਗਤ ਕਰੋ, ਸੇਵਾ ਕਰੋ, ਸਰੀਰ ਨੂੰ ਵੀ ਸਫਲ ਬਣਾਓ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਵਰ ਪਾਵਨਾ ਹੋਮੇ ਵਿੱਚੋਂ ਹੋ ਜਾਏ। ਇਕ ਸਸਾਉ ਕਰ ਪਿਰਹਾੜੀ। ਇੱਕ ਪਰਮੇਸ਼ਰ ਨਾਲ ਹੀ ਪ੍ਰੀਤੀ ਕਰੋ, ਦੂਜੀ ਨਾਹੀ ਜਾਏ। ਉਸ ਤੋਂ ਬਗੈਰ ਜਮਾਂ ਤੋਂ ਬਚਣ ਵਾਸਤੇ ਦੂਜੀ ਹੋਰ ਕੋਈ ਜਗ੍ਹਾ ਨਹੀਂ ਹੈ। ਇੱਕੋ ਦਾਤਾ ਮੰਗੀਐ। ਇੱਕ ਅਕਾਲ ਪੁਰਖ ਦਾਤੇ ਦੇ ਪਾਸੋਂ ਹੀ ਮੰਗੀਏ। ਸਭ ਕਿਛ ਪੱਲੇ ਪਾਏ। ਧਰਮ ਅਰਥ ਕਾਮ ਮੋਖ ਆਦਿਕ ਸਭ ਕੁਝ ਬੁੱਧੀ ਰੂਪ ਪੱਲੇ 'ਚ ਪੈ ਜਾਂਦਾ ਹੈ। ਮਨ ਤਨ ਸਾਸ ਗਿਰਾਸ ਪ੍ਰਭ। ਮਨ ਤਨ ਅਤੇ ਸਵਾਸ ਲੈਂਦੀਆਂ ਤੇ ਭੋਜਨ ਖਾਂਦੀਆਂ ਪਰਮੇਸ਼ਰ ਨੂੰ ਇੱਕੋ ਇੱਕ ਧਿਆਏ। ਇੱਕ ਸਮਰੱਥ ਜਾਣ ਕੇ ਧਿਆਉਣਾ ਕਰੀਏ, ਜਾਂ ਇੱਕੋ ਨਿਰਗੁਣ ਸਰੂਪ ਹੈ, ਇੱਕੋ ਸਰਗੁਣ ਸਰੂਪ ਹੈ, ਜਾਂ ਇੱਕੋ ਇਸ ਲੋਕ ਵਿੱਚ ਹੈ, ਇੱਕੋ ਪਰਲੋਕ ਵਿੱਚ ਹੈ, ਉਸ ਨੂੰ ਧਿਆਉਣਾ ਕਰੀਏ। ਅੰਮ੍ਰਿਤ ਨਾਮ ਨਿਦਾਨ ਸੱਚ। ਅੰਮ੍ਰਿਤ ਨਾਮ ਰੂਪ ਖਜ਼ਾਨਾ ਸੱਚਾ ਹੈ। ਗੁਰਮੁਖ ਪਾਇਆ ਜਾਏ। ਗੁਰਮੁਖਾਂ ਦੀ ਸੰਗਤ ਕਰਕੇ ਹੀ ਪਾਇਆ ਜਾਂਦਾ ਹੈ। ਵੱਡ ਭਾਗੀ ਤੇ ਸੰਤ ਜਨ। ਉਹ ਸੰਤ ਭਗਤ ਜਨ ਵੱਡੇ ਭਾਗਾਂ ਵਾਲੇ ਹਨ। ਜਨ ਮਨ ਉਠਾਏ। ਜਿਨ੍ਹਾਂ ਦੇ ਮਨ ਹਿਰਦੇ 'ਚ ਪਰਮੇਸ਼ਰ ਦਾ ਨਾਮ ਅੰਮ੍ਰਿਤ ਆ ਕੇ ਵਸ ਗਿਆ ਹੈ। ਜਲ ਥਲ ਮਹੀਆਲ ਰਵ ਰਹਿਆ। ਉਹ ਪਰਮੇਸ਼ਰ ਪਾਣੀ ਵਾਲੀਆਂ ਜਗ੍ਹਾ, ਖੁਸ਼ਕ ਜਗ੍ਹਾ ਤੇ ਇਹਨਾਂ ਦੇ ਮਹੀਲ ਵਿੱਚ ਜਾਂ ਮਹੀ ਧਰਤੀ ਤੇ ਅਲ ਆਕਾਸ਼ ਆਦਿਕ ਸਭ ਥਾਵਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਦੂਜਾ ਕੋਈ ਨਾਹੀ। ਇਸ ਤੋਂ ਬਗੈਰ ਦੂਜਾ ਹੋਰ ਕੋਈ ਵੀ
भी समर्थ नहीं है। नाम ते आई नामे उच्चरा। परमेश्वर के नाम नू मन की भावना नाल ध्या कर बिरती करके ध्याउना करिए ਅਤੇ मन बाणी शरीर करके ਉਹਦਾ उचारण करिए। नानक खसम रजाए। परमेश्वर के नाम नू बाणी करके उचारिए। सतगुरु जी कथन करते कि मालक परमेश्वर की आज्ञा है, ये वाहिगुरु का हुक्म है। असीं तां सुनाउण वाले हाँ, ये ना कि भी आपां कह रहे हैं। आपां कौन हुंदे आ कहण वाले? असीं तां आप नाम नहीं जपदे। ये वाहिगुरु का हुक्म तुहानूं सुना रहे हैं जो सानू भी है। एको नाम हुक्म है, एक नाम जपण का हुक्म है गुरु घर वालों। नानक सतगुरु दिया बजाए जियो, ये सतगुरु नानक देव जी ने समझाया होया, गुरु गोबिंद सिंह ने समझाया। बाकी जिथे मर्जी मत्था मारदे रहो कख नहीं बनना। भावें पहाड़ां 'च तुरे फिरो ते भावें किसी कबर ते मड़ी मसान दे, कुछ नहीं बनना बिना नाम तो। सोधत सोधत सोध विचारा, बिन हर भजन नहीं छुटकारा। पौड़ी पंजवें पातशाह श्री गुरु अर्जन देव जी उचार रहे ने कि उस परमेश्वर की रजा विच रहन करके ही ਉਹਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜਿਸਨੂੰ ਤੂੰ ਰਖਵਾਲਾ। ਇਹ ਪਰਮੇਸ਼ਰ ਜਿਸ ਨੂੰ ਤੂੰ ਆਪ ਰੱਖਣ ਵਾਲਾ ਹੈ। ਮਾਰੇ ਤਿਸ ਕੌਣ। ਉਸ ਨੂੰ ਭਲਾ ਕੌਣ ਮਾਰ ਸਕਦਾ? ਕੋਈ ਨਹੀਂ ਮਾਰ ਸਕਦਾ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਇ। ਬਾਬਾ ਦੀਪ ਸੋਹਣੇ मौत नूं तो खंडा मार के परां कर दिता भी पासे हो के गल कर, मेरे लागे ना शीस लथन तो भी मौत मार नहीं सी सकी। आप दी मर्जी दे नाल शरीर शांत कीता। मारे तिस कौन। 6 जून का दिहाड़ा आ रहा। महापुरख संत ज्ञानी जरनैल सिंह जी खालसा भिंडरां वालियां दी शहीदी अज तक भेद बनी हुई है। जे कोई अज भी कायद ने अनाउंसमेंट कर दे भी महापुरख आ रहे हैं, उस वक्त भाजड़ा पै जाएगी, क्योंकि वो उन्हों का डर ही इन्ना बैठा होया। धर्मी बंदे सीगे, पापी पुरख डरते ही ने। अज भी उन्हों की फोटो तो दुनिया थर थर कंबदी है। मतलब जोड़े गुनाहां वाले औगणा वाले उन्हों का नाम नहीं कोई पसंद करता। कोई ले कहते मारूंगे, फड़ के लै जाएंगे, चुप कर जाओ, ना लो। बंदा पुछे चोरां दा नाम लेना, दसो गुरुद्वारे चोरां दा नाम लईए? जिन्हां मझां दा चारा खा लिया, दुनिया लूडो टैक्स के रूप दे विच आप वो आनंद लै रहे हैं। दुनिया तराह तराह कर रही है। गुरुद्वारे तां संतां दा नाम ही हुंदा ना भाई, पर औगणा वाले पापी बंदे वो डरदे ने। अज तक उन्होंने मौत मार नहीं सकी। मतलब अमर शहीद हो के भी अमर ने, क्योंकि उन्होंने गुरुद्वारा साहब बनया हुआ, उन्होंने तस्वीर हमेशा पापियां की छाती से सब मिलता रहूगा। तो इसलिए उन्होंने कौन मारन वाला है? जैसनो तू रखवाला। तू आप रखन वाला है। जिता तिन पैना। उन्हें भवन नू या अज्ञानता विच पाउण वाले संसार नू जित लिया है, ਜਾਂ ਉਹਨੇ ਭੈਣ ਸਰੀਰ ਰੂਪੀ ਭਵਨ ਨੂੰ ਵੀ ਜਿੱਤ ਲਿਆ। ਜਾਂ ਹੇ ਮੇਰੀਓ ਭੈਣੋ ਤੇ ਮੇਰੇ ਵੀਰੋ, ਉਹਨੇ 7 ਪ੍ਰਕਾਰ ਦੇ ਭੈ ਨੂੰ ਜਿੱਤ ਲਿਆ ਹੈ। ਜਿਸਨੂੰ ਤੇਰਾ ਅੰਗ। ਜਿਸ ਵੱਲ ਨੂੰ ਤੇਰਾ ਪੱਖ ਹੈ। ਦਸ ਮੁਖ ਉਜਲਾ। ਉਸ ਦਾ ਲੋਕ ਪਰਲੋਕ ਦੇ ਵਿੱਚ ਮੁਖੜਾ ਪਵਿੱਤਰ ਹੈ। ਜਸਨੋ ਤੇਰਾ ਅੰਗ। ਜਿਸ ਵੱਲ ਨੂੰ ਤੇਰਾ ਪੱਖ ਹੈ, ਜਾਂ ਜਿਨੇ ਤੈਨੂੰ ਪਿਆਰ ਕੀਤਾ ਹੈ। ਸੋ ਨਿਰਮਲੀ ਹੂੰ ਨਿਰਮਲਾ। ਉਜਲ ਚੀਜ਼ਾਂ ਤੋਂ ਵੀ ਉਜਲ ਹੈ। ਜਸਨੋ ਤੇਰੀ ਨਾਦਰ। ਜਿਸ ਉੱਪਰ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਨਾ ਲੇਖਾ ਪੁੱਛੀਆ। ਪਾਸੋਂ ਹਿਸਾਬ ਕਿਤਾਬ ਨਹੀਂ ਪੁੱਛਿਆ ਜਾਂਦਾ। ਧਰਮ ਰਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ ਦਾ ਮਤਲਬ ਹੈ ਮੁੱਕ ਗਿਆ। ਜਸਨੋ ਤੇਰੀ ਖੁਸ਼ੀ। ਵਾਹਿਗੁਰੂ
जिस उपर तेरी प्रसन्नता हुंदी है। तिन नौ निध पुंचिया नौ निधियां दे ताई भोगना कीता मनना कीता। ਉਹਨੇ 9 ਗੋਲਕਾਂ ਦਾ ਆਸਰਾ ਹੋਣ ਕਰਕੇ ਤੇਰੇ ਬ੍ਰਹਮਾਨੰਦ ਨੂੰ ਭੋਗਣਾ ਕੀਤਾ ਹੈ। ਜਸਨੋ ਤੂੰ ਪ੍ਰਭ ਵੱਲ ਪਰਮੇਸ਼ਰ ਜਿਸ ਦੇ ਤੂੰ ਤਰਫ ਹੁੰਦਾ ਹੈ। ਕਿਆ ਤਿਸ ਕਿਆ ਮੋਹ ਛੰਦਗੀ ਉਹਨੂੰ ਕਿਸੇ ਦੀ ਭਲਾ ਕੀ ਮੁਹਤਾਜਗੀ ਹੈ। ਉਹਨੂੰ ਕਿਸੇ ਦੀ ਕੀ ਖੁਸ਼ਾਮਦ ਕਰਨ ਦੀ ਲੋੜ ਹੈ। ਭਾਵ ਕੋਈ ਲੋੜ ਨਹੀਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜੈਸਨੋ ਤੇਰੀ ਮਿਹਰ ਪਰਮੇਸ਼ਰ ਜਿਸ ਉੱਪਰ ਤੇਰੀ ਦਇਆ ਦ੍ਰਿਸ਼ਟੀ ਮਿਹਰਬਾਨੀ ਹੁੰਦੀ ਹੈ। ਸੋ ਤੇਰੀ ਬੰਦਗੀ ਉਹੀ ਤੇਰੀ ਬੰਦਗੀ ਭਗਤੀ ਕਰਦਾ ਹੈ। ਸੋ ਆਓ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ। ਸੱਚੇ ਪਾਤਸ਼ਾਹ ਸਾਡੀ ਵੀ ਅਰਦਾਸ ਸੁਣ ਕੇ ਸਾਨੂੰ ਨਾਮਦਾਨ ਬਖਸ਼ਣ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਜਸਨੋ ਤੋ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ। ਜਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ